ਸ੍ਰੀ ਵਾਹਿਗੁਰੂ ਸਾਹਿਬ ਜੀ। ਇਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ। ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ। ਜਪ ਆਦ ਸੱਚ ਜੁਗਾਦ ਸੱਚ। ਹੈ ਭੀ ਸੱਚ ਨਾਨਕ ਹੋਸੀ ਭੀ ਸੱਚ। ਚਕਰ ਚਿਹਨ ਅਰ ਬਰਨ ਜਾਤ ਅਰ ਪਾਤ ਨਹਿਨ ਜਿਹ। ਰੂਪ ਰੰਗ ਅਰ ਰੇਖ ਭੇਖ ਕੋ ਕਹਿ ਨਾ ਸਕਤ ਕੇਹ। ਅਚਲ ਮੂਰਤ ਅਨਭਉ ਪ੍ਰਕਾਸ਼ ਅਮਿਤੋਜ ਕਹਿਜੈ। ਕੋਟ ਇੰਦਰ ਇੰਦਰਾਨ ਸਾਹੇ ਸਾਹਾਨ ਗਨਿਜੈ। ਤ੍ਰਿਭਵਨ ਮਹੀਪ ਸੁਰ ਨਰ ਅਸੁਰ ਨੇਤ ਨੇਤ ਬਣ ਤ੍ਰਿਨ ਕਹਿਤ। ਤੁਐ ਸਰਬ ਨਾਮ ਕਥੈ ਕਮਨ ਕਰਮ ਨਾਮ ਬਰਨਤ ਸੁਮਤ। ਨਹਿ ਸਮਰਥੰ ਨਹਿ ਸੇਵਕੰ ਨਹਿ ਪ੍ਰੀਤ ਪਰਮ ਪੁਰਖੋਤਮੰ। ਤਵ ਪ੍ਰਸਾਦ ਸਿਮਰਤੇ ਨਾਮੰ ਨਾਨਕ ਕਿਰਪਾਲ ਹਰ ਹਰ ਗੁਰੰ। ਐਸੀ ਲਾਲ ਤੁਝ ਬਿਨ ਕੌਣ ਕਰੇ। ਗਰੀਬ ਨਿਵਾਜ ਗੋਸਈਆ ਮੇਰਾ ਮਾਥੈ ਛਤਰ ਧਰੇ। ਰਹਾਉ ਜਾ ਕੀ ਛੋਤ ਜਗਤ ਕਉ ਲਾਗੈ ਤਾਂ ਪਰ ਤੂੰ ਹੀ ਧਰੈ। ਨਾਮਦੇਵ ਕਬੀਰ ਤਿਲੋਚਨ ਸਦਨਾ ਸੈਨ ਤਰੈ। ਤੂੰ ਮੇਰੋ ਮੇਰ ਪਰਬਤ ਸੁਆਮੀ ਓਟ ਗਹੀ ਮੈਂ ਤੇਰੀ। ਨਾ ਤੁਮ ਡੋਲਾਹੋ ਨਾ ਹਮ ਗਿਰਤੇ
ਰਖ ਲੀਨੀ ਹਰ ਮੇਰੀ। ਹਰ ਪ੍ਰਭ ਸੁਆਮੀ ਕਿਰਪਾ ਧਾਰਹੁ। ਹਮ ਹਰ ਹਰ ਸੇਵਾ ਲਾਗੇ। ਜਨ ਨਾਨਕ ਦਾਸਨ ਦਾਸ ਕਰਹੁ ਪ੍ਰਭ। ਹਮ ਹਰ ਕਥਾ ਕਥਾਗੀ। ਤੂੰ ਬੇਅੰਤ ਕੋ ਵਿਰਲਾ ਜਾਣੈ। ਗੁਰ ਪ੍ਰਸਾਦ ਕੋ ਸ਼ਬਦ ਪਛਾਨੈ। ਸੇਵਕ ਕੀ ਅਰਦਾਸ ਪਿਆਰੇ। ਜਪ ਜੀਵਾ ਪ੍ਰਭ ਚਰਨ ਤੁਮਾਰੇ। ਬਿਨਤ ਕਰੋ ਦੁਇ ਜੋਰ ਕਰ। ਸੁਨੋ ਜਗਤ ਕੇ ਰਾਏ। ਮੋਹ ਮਸਤਕ ਤੁਐ ਚਰਨ ਸਦਾ। ਰਹੋ ਦਾਸ ਕੇ ਭਾਏ। ਮੋਹ ਮਸਤਕ ਤੁਐ ਚਰਨ ਸਦਾ। ਰਹੋ ਦਾਸ ਕੇ ਭਾਏ। ਸਤਨਾਮ ਸ੍ਰੀ ਵਾਹਿਗੁਰੂ ਜੀ। ਭੁਖ ਤੁਖਾਰਨ ਵਿਆਪਾਈ। ਕੰਠ ਮਿਲਿਆ ਹਰ ਨਾਹੋ। ਮਨ ਬੇਧਿਆ ਚਰਨ ਅਰਬਿੰਦ। ਦਰਸ਼ਨ ਲਗੜਾ ਸਾਹੋ। ਭੁਖ ਤੁਖਾਰ ਨ ਵਿਆਪਾਈ। ਕੰਠ ਮਿਲਿਆ ਹਰ ਨਾਹੋ। ਮਨ ਬੇਧਿਆ ਚਰਨ ਅਰਬਿੰਦ। ਦਰਸ਼ਨ ਲਗੜਾ ਸਾਹੋ। ਓਟ ਗੋਵਿੰਦ ਗੋਪਾਲ ਰਾਏ। ਸੇਵਾ ਸੁਆਮੀ ਲਾਹੋ। ਵਿਖਿਆ ਪੋਹੇ ਨਾ ਸਕਈ। ਮਿਲ ਸਾਧੂ ਗੁਣ ਗਾਹੋ। ਜਹ ਤੇ ਉਪਜੀ ਤਹ ਮਿਲੀ। ਸੱਚੀ ਪ੍ਰੀਤ ਸਮਾਹੋ। ਕਰ ਗਹਿ ਲੀਨੀ ਪਾਰ ਬ੍ਰਹਮ। ਬਹੁੜ ਨ ਵਿਛੜਿਆ ਹੋ। ਬਾਰ ਜਾਓ ਲਖ ਬੇਰੀਆ। ਹਰ ਸੱਜਣ ਅਗਮ ਅਗਾਹੋ। ਸ਼ਰਮ ਪਾਈ ਨਾਰਾਇਣਾ। ਨਾਨਕ ਦਰ ਪਈਆ ਹੋ। ਭੁਖ ਸੁਹੰਦਾ ਸਰਬ ਸੁਖ। ਜਿਸ ਬਖਸ਼ੇ ਵੇ ਪਰਵਾਹੋ। ਸ਼ਰਮ ਪਾਈ ਨਾਰਾਇਣਾ। ਨਾਨਕ ਦਰ ਪਈਆ ਹੋ। ਭੁਖ ਸੁਹੰਦਾ ਸਰਬ ਸੁਖ। ਜਿਸ ਬਖਸ਼ੇ ਵੇ ਪਰਵਾਹੋ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਪਤਿਤ ਪਾਵਨ
ਗਰੀਬ ਨਿਵਾਜ ਚਵਰ ਛਤਰ ਤਖਤ ਦੇ ਮਾਲਕ ਸਤਿਗੁਰੂ ਧੰਨ ਬਾਦਸ਼ਾਹ ਦਰਵੇਸ਼ ਸਤਿਗੁਰੂ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਜੀ ਤਿੰਨਾਂ ਦੀ ਸਤਿਜੁਗੀ ਤਪੋ ਭੂਮੀ ਤਖਤ ਸੱਚਖੰਡ ਸ੍ਰੀ ਹਜੂਰ ਸ੍ਰੀ ਅਬਚਲ ਨਗਰ ਵਿਖੇ ਦਰਸ਼ਨ ਦੀਦਾਰੇ ਕਰਨ ਹਿਤ ਪਹੁੰਚੇ ਗੁਰੂ ਪਿਆਰੇ ਗੁਰੂ ਸਵਾਰੀ ਖਾਲਸਾ ਸਾਧ ਸੰਗਤ ਜੀ। ਵੱਡਿਆਂ ਭਾਗਾਂ ਦੇ ਨਾਲ ਅੰਮ੍ਰਿਤ ਵੇਲੇ ਗੁਰੂ ਕੇ ਚਰਨਾਂ ਦੇ ਵਿੱਚ ਬੈਠ ਕੇ ਗੁਰੂ ਕੀ ਸੰਗਤ ਕਰਨ ਦਾ ਸੁਭਾਗ ਸਮਾਂ ਸਾਨੂੰ ਪ੍ਰਾਪਤ ਹੋ ਰਿਹਾ ਹੈ। ਸਤਿਗੁਰੂ ਸਾਹਿਬ ਜੀ ਦੀ ਪਵਿੱਤਰ ਮਰਿਆਦਾ ਦੇ ਮੁਤਾਬਕ ਅੰਮ੍ਰਿਤ ਵੇਲੇ ਗੁਰੂ ਕੀ ਹਜ਼ੂਰੀ ਦੇ ਅੰਦਰ ਸੁੰਦਰ ਦੀਵਾਨ ਸਜੇ ਹੋਏ ਦੀਵਾਨਾਂ ਦੇ ਵਿੱਚ ਗੁਰਬਾਣੀ ਦੀ ਵਿਚਾਰ ਦਾ ਸਮਾਂ ਹੋਇਆ। ਪ੍ਰੇਮ ਸਤਿਕਾਰ ਦੇ ਨਾਲ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਜੀ ਨੂੰ ਸੀਸ ਝੁਕਾਓ। ਦੋਵੇਂ ਹੱਥ ਜੋੜ ਕੇ ਸਤਿਕਾਰ ਸਹਿਤ ਉਚਾਰਨ ਕਰੋ ਜੀ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸਤਨਾਮ ਸ੍ਰੀ ਵਾਹਿਗੁਰੂ ਜੀ। ਭੁਖ ਤੁਖਾਰ ਨ ਵਿਆਪਈ ਕੰਠ ਮਿਲਿਆ ਹਰ ਨਾਹੋ। ਪੋਹ ਦੇ ਮਹੀਨੇ ਦੁਆਰਾ ਸ਼ਹੀਦਾਂ ਦੇ ਸਿਰਤਾਜ ਸਤਿਗੁਰੂ ਧੰਨ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਜੀ ਪਵਿੱਤਰ ਉਪਦੇਸ਼ ਬਖਸ਼ਿਸ਼ ਕਰ ਰਹੇ ਹਨ। ਸਾਡੇ ਹਿਰਦਿਆਂ ਦੇ ਵਿੱਚ ਇਹ ਗੱਲ ਭਲੀ ਭਾਂਤੀ ਵਿਦਿਤ ਹੈ। ਪਿਛਲਾ ਮਹੀਨਾ ਬਤੀਤ ਹੋਇਆ, ਅੱਜ ਪੋਹ ਮਹੀਨੇ ਦੀ ਸੰਕਰਾਂਤ ਹੈ। ਸਤਿਗੁਰੂ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਘਰ ਦੀ ਇਹ ਮਰਿਆਦਾ ਹੈ। ਧੰਨ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਜੀ ਦਾ ਆਪਣੇ ਸਿੱਖ ਨੂੰ ਇਹ ਹੁਕਮ ਹੈ ਕਿ ਜੇ ਜਿੱਥੇ ਵੀ ਹੋਵੇ ਆਪਣੇ ਨਿਤਨੇਮ ਦੇ ਨਾਲ ਸੰਕਰਾਂਤ ਵਾਲੇ ਦਿਨ ਵਿਸ਼ੇਸ਼ ਕਰਕੇ 12 ਮਾਹ ਦੀ ਪਵਿੱਤਰ ਬਾਣੀ ਦਾ ਜਾਪ ਕਰਨਾ ਹੈ। ਹੋ ਸਕੇ ਉਸ ਪਵਿੱਤਰ ਸ਼ਬਦ ਦੀ ਜੋ ਵਿਚਾਰ ਹੈ, ਜੋ ਉਸ ਮਹੀਨੇ ਦੁਆਰਾ ਸਾਡੇ ਸਤਿਗੁਰੂ ਜੀ ਨੇ ਬਖਸ਼ਿਸ਼ ਕੀਤੀ, ਉਸ ਨੂੰ ਸਰਵਣ ਕਰਕੇ ਤੇ ਜੀਵਨ ਦੇ ਵਿੱਚ ਕਮਾਉਣ ਦਾ ਯਤਨ ਕਰਨਾ ਹੈ, ਜਿਸ ਦੇ ਨਾਲ ਜੀਵਨ ਦਾ ਭਲਾ ਹੋਵੇਗਾ। ਧੰਨ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਜੀ ਕਹਿੰਦੇ, ਬੇਸ਼ੱਕ ਇਹ ਪੋਹ ਦਾ ਮਹੀਨਾ ਬਹੁਤ ਜ਼ਿਆਦਾ ਸੀਤਲਤਾਈ ਵਾਲਾ ਮੰਨਿਆ ਹੈ। ਤੁਖਾਰੀ ਰਾਗ ਦੇ ਵਿੱਚ ਮਹਾਰਾਜ ਸੱਚੇ ਪਾਤਸ਼ਾਹ ਜੀ ਦਾ ਪਵਿੱਤਰ ਬਚਨ ਪੜ੍ਹਦੇ ਹਾਂ। ਸਭ ਕਹਿੰਦੇ, ਪੋਖ ਤੁਖਾਰ ਪਰੈ ਵਨ ਤ੍ਰੇਨ ਰਸ ਸੁਖ ਹੈ। ਜਦੋਂ ਪੋਹ ਦੇ ਮਹੀਨੇ ਦੇ ਵਿੱਚ ਕਕਰੀਲੀ ਬਰਫ਼ ਪੈਂਦੀ ਹੈ, ਠੰਡ ਪੈਂਦੀ ਹੈ, ਤਾਂ ਵਨ ਕਹਿ ਲਈਏ ਜਿਹੜੇ ਜੰਗਲ ਹਨ, ਉਹਨਾਂ ਦੇ ਵਿੱਚ ਉੱਗਿਆ ਹੋਇਆ ਜਿਹੜਾ ਘਾਹ ਹੈ ਨਾ, ਉਹਨਾਂ ਦੇ ਵਿੱਚੋਂ ਵੀ ਜਿਹੜਾ ਰਸ ਹੈ ਉਹ ਸੋਖਿਆ ਜਾਂਦਾ ਹੈ। ਭਾਵ ਉਹ ਜਿਹੜਾ ਘਾਹ ਹੈ ਨਾ, ਬਰਫ਼ ਪੈਣ ਦੇ ਨਾਲ, ਠੰਡ ਪੈਣ ਦੇ ਨਾਲ ਉਹ ਵੀ ਸੜ ਕੇ ਸੁਆਹ ਹੋ ਜਾਂਦਾ। ਧੰਨ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਜੀ ਕਹਿੰਦੇ, ਬਹਿਰੂਨੀ ਤੌਰ ਤੇ ਸੰਸਾਰ ਦੇ ਵਿੱਚ ਬੇਸ਼ੱਕ ਸਾਰਾ ਕੁਝ ਇਹ ਬਰਫ਼ ਸਾੜ ਦਿੰਦੀ ਹੈ, ਜਿਹੜੀ ਬਨਸਪਤੀ ਉਹ ਬਹੁਤਾ ਵੱਧ ਨਹੀਂ ਪਾਉਂਦੀ, ਪਰ ਜਿਨ੍ਹਾਂ ਹਿਰਦਿਆਂ ਦੇ ਵਿੱਚ ਉਹ ਵਾਹਿਗੁਰੂ ਪਰਮਾਤਮਾ ਦਾ ਨਾਮ ਵਸ ਗਿਆ ਹੈ ਨਾ, ਉਹਨਾਂ ਨੂੰ ਇਹ ਪੋਹ ਦਾ ਮਹੀਨਾ ਕੁਝ ਵੀ ਨਹੀਂ ਕਹਿੰਦਾ। ਅਥਵਾ ਪੋਹ ਦਾ ਮਹੀਨਾ ਕੀ ਹੈ? ਬ੍ਰਿਧ ਅਵਸਥਾ। ਤੇ ਤੁਖਾਰ ਕੀ ਹੈ?
ਜਿਹੜੀ ਸਾਡੀ ਜੜਤਾ ਹੈ। ਜਿਵੇਂ ਪੋਹ ਦੇ ਮਹੀਨੇ ਦੇ ਵਿੱਚ ਸਾਰਾ ਕੁਝ ਸੁੱਕਣਾ ਸ਼ੁਰੂ ਹੋ ਜਾਂਦਾ ਹੈ, ਰਸ ਖਤਮ ਹੋਣੇ ਸ਼ੁਰੂ ਹੋ ਜਾਂਦੇ ਬਨਸਪਤੀ ਦੇ ਵਿੱਚੋਂ, ਐਵੇਂ ਜਦੋਂ ਇਸ ਸਰੀਰ ਦੇ ਉੱਪਰ ਬੁਢੇਪਾ ਆਉਂਦਾ ਹੈ ਨਾ, ਜਿਹੜੇ ਹੱਡਾਂ ਦੇ ਨਾਲ ਚਰਬੀ ਜੁੜੀ ਹੋਈ ਸੀ, ਉੱਪਰ ਮਾਸ ਸੀ, ਸਮਾਂ ਆਉਂਦਾ ਹੈ ਉਹ ਹੱਡਾਂ ਦੇ ਨਾਲੋਂ ਚਰਬੀ ਖੁਰਨੀ ਸ਼ੁਰੂ ਹੋ ਜਾਂਦੀ ਹੈ। ਸਤਿਗੁਰੂ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਪਵਿੱਤਰ ਗੁਰਬਾਣੀ ਨੂੰ ਪੜ੍ਹੀਏ। ਮਹਾਰਾਜ ਜੀ ਨੇ ਬ੍ਰਿਧ ਅਵਸਥਾ ਦੀ ਹਾਲਾਤ ਦਰਸਾਈ ਹੈ ਭਗਤ ਜੀ ਦੀ ਰਸਨਾ ਦੇ ਦੁਆਰਾ। ਨੈਣੋ ਨੀਰ ਬਹਿ ਤਨ ਖੀਨਾ, ਭਏ ਕੇਸ ਦੁੱਧਵਾਨੀ, ਰੂਦਾ ਕੰਠ ਸ਼ਬਦ ਨਹੀਂ ਉਚਰੈ, ਅਬ ਕਿਆ ਕਰੇ ਹੀ ਪਰਾਨੀ। ਨੇਤਰਾਂ ਦੇ ਵਿੱਚੋਂ ਜਾਂ ਤਾਂ ਬੰਦਾ ਬਾਹਲਾ ਖੁਸ਼ ਹੋਵੇ ਉਦੋਂ ਅੱਖਾਂ ਚੋਂ ਪਾਣੀ ਗਿਰਦਾ ਹੈ, ਜਾਂ ਬੰਦਾ ਬਾਹਲਾ ਗਮੀ ਦੇ ਸਹਿਤ ਹੋਵੇ ਉਦੋਂ ਉਸ ਦੀਆਂ ਅੱਖਾਂ ਦੇ ਵਿੱਚੋਂ ਪਾਣੀ ਗਿਰਦਾ। ਭਗਤ ਜੀ ਕਹਿੰਦੇ ਬਜ਼ੁਰਗੀ ਐਸੀ ਹੈ, ਨਾ ਖੁਸ਼ੀ ਹੈ ਨਾ ਗਮੀ ਹੈ, ਅੱਖਾਂ ਦੇ ਵਿੱਚੋਂ ਇੱਕ ਸਾਰ ਪਾਣੀ ਵਹਿੰਦਾ ਰਹਿੰਦਾ, ਤਰੁਪ ਕੇ ਡਿੱਗਦੇ ਰਹਿੰਦੇ ਹਨ। ਵਾਰ-ਵਾਰ ਆਪਣੇ ਮੋਢੇ ਤੇ ਰੱਖੇ ਹੋਏ ਪਰਨੇ ਦੇ ਨਾਲ ਪੂੰਝਦਾ ਵੀ ਹੈ ਪਰ ਪੂੰਝਿਆ ਨਹੀਂ ਜਾਂਦਾ, ਉਹ ਖਤਮ ਨਹੀਂ ਹੁੰਦਾ। ਜਿਹੜੇ ਕੇਸ ਹਨ ਉਹ ਚਿੱਟੇ ਹੋ ਜਾਂਦੇ ਤੇ ਦਾਨੇ ਇਹ ਲੋਕ ਗੱਲ ਕਹਿੰਦੇ, ਸੇਤੇ ਸੇਤੇ ਸਭ ਕਹੇ ਸੇਤੇ ਭਲੇ ਨਾ ਕੇਸ, ਰਾਜਾ ਰਖੈ ਨਾ ਪਾਸ ਕੋ ਤ੍ਰਿਆ ਕਰੈ ਨਾਹੀ। ਵੈਸੇ ਤਾਂ ਸੁੰਦਰ ਚੀਜ਼ਾਂ ਨੂੰ ਦੇਖ ਕਰਕੇ ਲੋਕਾਂ ਦੇ ਮਨ ਮੋਹਿਤ ਹੁੰਦੇ, ਪਰ ਉਹ ਦਾਨਸ਼ਵੰਦ ਕਹਿੰਦਾ ਜਿਹੜੇ ਕੇਸ ਹਨ ਮੁਖ ਦੇ ਉੱਪਰ ਆਏ ਹੋਏ ਚਿੱਟੇ ਰੰਗ ਦੇ, ਇਹੋ ਹੀ ਲੋਕਾਂ ਨੂੰ ਨਹੀਂ ਸੋਹਣੇ ਲੱਗਦੇ। ਜਦੋਂ ਬਜ਼ੁਰਗ ਹੋ ਜਾਂਦਾ, ਰਾਜਾ ਰਖੈ ਨਾ ਪਾਸ ਕੋ, ਰਾਜਾ ਵੀ ਕਹਿ ਦਿੰਦਾ ਵੀ ਹੁਣ ਛੁੱਟੀ ਕਰ, ਤੇਰੀ ਉਮਰ 60 ਸਾਲ ਦੀ ਹੋ ਗਈ ਹੈ, ਇਸ ਤੋਂ ਬਾਅਦ ਨਾ ਤੂੰ ਕਿਸੇ ਦੇਸ਼ ਦੇ ਕੰਮ ਦਾ ਰਿਹਾ, ਨਾ ਤੂੰ ਮੇਰੇ ਕੰਮ ਦਾ ਰਿਹਾ। ਇਸਤਰੀ ਵੀ ਮੋਹ ਕਰਨਾ ਛੱਡ ਜਾਂਦੀ ਹੈ। ਇਸ ਵਾਸਤੇ ਧੰਨ ਗੁਰੂ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਪਵਿੱਤਰ ਬਾਣੀ ਨੇ ਹੋਰ ਬਚਨ ਕਿਹਾ। ਮਾਰੇ ਕਹਿੰਦੇ ਬਿਰਧ ਭਇਆ ਤਨ ਖੀਨ, ਸਰੀਰ ਵੀ ਕਮਜ਼ੋਰ ਜਿਹਾ ਹੋ ਜਾਂਦਾ ਹੈ। ਸਾਹਿਬ ਭਗਤ ਫਰੀਦ ਜੀ ਨੇ ਆਪਣੀ ਪਵਿੱਤਰ ਰਸਨਾ ਦੇ ਦੁਆਰਾ ਬਚਨ ਕਿਹਾ, ਕਹਿਣ ਲੱਗੇ ਇੰਨੀ ਨਿੱਕੀ ਜੰਗੀ ਹੈ ਥਲ ਡੂਗਰ ਭਵੇ ਓਮ, ਅੱਜ ਫਰੀਦਾ ਕੂਜੜਾ ਸੈ ਕੋਹਾ ਥੀਓ। ਜਦੋਂ ਜਵਾਨ ਅਵਸਥਾ ਜੁਆ ਅਵਸਥਾ ਸੀ ਤਾਂ ਇਹਨਾਂ ਲੱਤਾਂ ਦੇ ਨਾਲ ਜਿੰਨਾ ਮਰਜੀ ਉੱਚਾ ਚੜ ਜਾਂਦੇ ਸਾਂ, ਜਿੰਨਾ ਮਰਜੀ ਨੀਵਾਂ ਚਲੇ ਜਾਂਦੇ ਸਾਂ, ਕੋਈ ਪਰਵਾਹ ਹੀ ਨਹੀਂ ਸੀ ਕੀਤੀ ਤੁਰਨ ਦੀ। ਪਰ ਅੱਜ ਕੋਲ ਪਿਆ ਹੋਇਆ ਪਾਣੀ ਵਾਲਾ ਕੁੱਜਾ, ਜਿਹੜੇ ਆਪਣੇ ਸਰੀਰ ਦੇ ਵਾਸਤੇ ਉਸ ਦੇ ਵਿੱਚੋਂ ਕੱਪ ਭਰ ਕੇ ਗਿਲਾਸ ਭਰ ਕੇ ਪਾਣੀ ਪੀਣਾ ਹੈ, ਪਰ ਉਹ ਵੀ 100 ਕੂਹਾਂ ਤੇ ਪਿਆ ਹੋਇਆ ਪ੍ਰਤੀਤ ਹੋ ਰਿਹਾ। ਇਹ ਬ੍ਰਿਧ ਅਵਸਥਾ ਦੀ ਹਾਲਾਤ ਧੰਨ ਗੁਰੂ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਪਵਿੱਤਰ ਗੁਰਬਾਣੀ ਦੇ ਵਿੱਚ ਦਰਸਾਈ ਹੈ। ਪਰ ਧੰਨ ਗੁਰੂ ਗੁਰੂ ਗ੍ਰੰਥ ਸਾਹਿਬ ਮਹਾਰਾਜ ਸਾਹਿਬ ਜੀ ਨੇ ਇੱਕ ਹੋਰ ਪਵਿੱਤਰ ਬਚਨ ਕਿਹਾ। ਸਾਹਿਬ ਕਹਿੰਦੇ ਗੁਰਮੁਖ ਬੁੱਢੇ ਕਦੇ ਨਹੀਂ, ਜਿਨ ਅੰਤਰ ਸੁਰਤ ਗਿਆਨ। ਜਿਨ੍ਹਾਂ ਦੀ ਸੁਰਤੀ ਦੇ ਵਿੱਚ ਗੁਰੂ ਦਾ ਬਖਸ਼ਿਸ਼ ਕੀਤਾ ਹੋਇਆ ਗਿਆਨ ਹੈ ਨਾ, ਉਹ ਕਦੀ ਬੁੱਢੇ ਨਹੀਂ ਹੁੰਦੇ। ਅਮਰ ਸ਼ਹੀਦ ਧੰਨ ਧੰਨ ਬਾਬਾ ਦੀਪ ਸਿੰਘ ਸਾਹਿਬ ਜੀ, ਦੁਨੀਆ ਦੇ ਲੋਕ ਗੁਰਸਿੱਖੋ, ਸਰੀਰ ਦੇ ਵਿੱਚ ਜੁਆ ਅਵਸਥਾ ਹੁੰਦੀ ਹੈ ਤੇ ਇਹ ਭੈੜੀ ਇੰਨੀ ਹੈ। ਗੁਰੂ ਕੀ ਪਵਿੱਤਰ ਬਾਣੀ ਦੇ ਵਿੱਚ ਦਰਸਾਇਆ ਹੈ ਵੀ ਇਹ ਲੜਾਈਆਂ ਕਰਨ ਤੋਂ ਸੰਕੋਚ ਨਹੀਂ ਕਰਦਾ। ਜਿਸ ਵੇਲੇ ਬ੍ਰਿਧ ਅਵਸਥਾ ਆ ਜਾਂਦੀ ਹੈ, ਆਪਣੀ ਜਵਾਨੀ ਦੇ ਵਿੱਚ ਜੋ ਕੁਛ ਮਰਜ਼ੀ ਕੀਤਾ ਹੋਵੇ, ਫਿਰ ਬਜ਼ੁਰਗੀ ਦੇ ਵੇਲੇ ਆਪਣੇ ਪੁੱਤ ਪੋਤਰਿਆਂ ਨੂੰ ਤਜਰਬੇ ਦੱਸਦਾ, ਉਹ ਭਾਈ ਆਹ ਕੰਮ ਨਾ ਕਰਿਓ, ਇਹਦਾ ਫਲ ਆਹ ਮਿਲਦਾ। ਪਰ ਧੰਨ ਧੰਨ ਬਾਬਾ ਦੀਪ ਸਿੰਘ ਸਾਹਿਬ ਨੇ ਜਿਸ ਵੇਲੇ ਜੰਗ ਕਰਨ ਦੀ ਉਮਰ ਸੀ, ਉਸ ਵੇਲੇ ਆਪਣੇ ਹੱਥ ਦੇ ਨਾਲ ਕਲਮ ਉਠਾਉਂਦੇ ਹਨ ਤੇ ਪਵਿੱਤਰ ਗੁਰੂ ਕੀ ਬਾਣੀ ਦੇ ਸਰੂਪ ਲਿਖਦੇ, ਪੋਥੀਆਂ ਲਿਖਦੇ, ਸੰਚੀਆਂ ਲਿਖਦੇ,
ਔਰ ਪ੍ਰੇਮ ਪਿਆਰ ਦੇ ਨਾਲ ਗੁਰੂ ਕੇ ਸਿੰਘਾਂ ਨੂੰ ਦਸਵੇਂ ਪਾਤਸ਼ਾਹ ਦਾ ਰੂਪ ਜਾਣ ਕਰਕੇ ਸ਼ਾਸਤਰ ਔਰ ਸ਼ਾਸਤਰ ਵਿਦਿਆ ਦੇ ਦ੍ਰਿੜ ਅਭਿਆਸੀ ਬਣਾਉਂਦੇ ਆ। ਪਰ ਜਿਸ ਵੇਲੇ ਪਤਾ ਲੱਗਾ ਸ੍ਰੀ ਹਰਮੰਦਰ ਸਾਹਿਬ ਦੀ ਬੇਹਰੁਮਤੀ ਹੋ ਰਹੀ ਹੈ, ਉਸ ਵੇਲੇ ਬਜ਼ੁਰਗ ਸਰੀਰ ਹੈ, ਹੱਥ ਦੇ ਵਿੱਚ 18 ਸੇਰ ਪੱਕੇ ਦਾ ਖੰਡਾ ਪਕੜ ਕਰਕੇ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਸੱਚੇ ਪਾਤਸ਼ਾਹ ਜੀ ਦਾ ਜਿੱਥੇ ਆਸਨ ਸੀ ਤਖਤ ਸ੍ਰੀ ਦਮਦਮਾ ਸਾਹਿਬ ਵਿਖੇ ਹੱਥ ਜੋੜ ਕਰਕੇ ਗੁਰੂ ਦੇ ਚਰਨਾਂ ਦਾ ਧਿਆਨ ਧਰ ਕੇ ਕਹਿੰਦੇ, ਸੀਸ ਸੁਦਾ ਸਰ ਹੇਤ ਕਰ ਦੇਵਹਿਗੇ ਹਮ ਜਾਏ, ਕਰ ਅਰਦਾਸਾ ਤੁਰ ਪਏ ਸਿੰਘ ਜੀ ਫਤਿਹ ਗਜਾਏ। ਮਹਾਰਾਜ ਕਿਰਪਾ ਕਰਿਓ, ਤੁਹਾਡੇ ਪਵਿੱਤਰ ਅਸਥਾਨ ਦੀ ਬੇਹਰੁਮਤੀ ਹੋ ਰਹੀ ਹੈ, ਸਿਰ ਚਲੇ ਜਾਵੇ ਪਰ ਆਪ ਜੀ ਦਾ ਅਦਬ ਅਦਾਬ ਮੈਂ ਕਾਇਮ ਰੱਖ ਸਕਾਂ। ਗੁਰਬਾਣੀ ਕਹਿੰਦੀ ਹੈ ਜਿਹੜੇ ਗੁਰਮੁਖ ਹਨ ਉਹ ਕਦੀ ਬੁੱਢੇ ਨਹੀਂ। ਧੰਨ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਜੀ ਕਹਿੰਦੇ, ਬੇਸ਼ੱਕ ਜਿਹੜਾ ਪੋਖ ਹੈ ਨਾ, ਪੋਹ ਹੈ ਕੀ ਹੈ, ਇਹ ਬ੍ਰਿਧ ਅਵਸਥਾ, ਤੇ ਤੁਖਾਰ ਕੀ ਹੈ, ਇਸ ਦੇ ਵਿੱਚ ਜੜਤਾ ਆ ਜਾਂਦੀ ਹੈ, ਇਸ ਦੀ ਬਿਰਤੀ ਜੜ ਹੋ ਜਾਂਦੀ ਹੈ। ਅਸੀਂ ਕਹਿੰਦੇ ਆ ਬਜ਼ੁਰਗਾਂ ਦਾ ਸੁਭਾਅ ਤੇ ਨਿਆਣਿਆਂ ਵਾਲਾ ਹੋ ਜਾਂਦਾ ਹੈ, ਪਰ ਸਤਿਗੁਰੂ ਧੰਨ ਗੁਰੂ ਅਰਜਨ ਦੇਵ ਮਹਾਰਾਜ ਸਾਹਿਬ ਜੀ ਕਹਿੰਦੇ, ਨਾ ਵਿਆਪਈ, ਉਹਨਾਂ ਦੀ ਬਿਰਤੀ ਦੇ ਉੱਪਰ ਜੜਤਾ ਦਾ ਅਸਰ ਨਹੀਂ ਹੁੰਦਾ। ਕਿਹਨਾਂ ਦੀ ਨਹੀਂ? ਕੰਠ ਮਿਲਿਆ ਹਰ ਨਾਹੂ, ਜਿਨ੍ਹਾਂ ਦੇ ਕੰਠ ਦੇ ਵਿੱਚ, ਜਿਨ੍ਹਾਂ ਦੇ ਗਲੇ ਦੇ ਵਿੱਚ ਮਿਲ ਗਿਆ ਸਤਨਾਮ ਸ੍ਰੀ ਵਾਹਿਗੁਰੂ। ਵਾਹਿਗੁਰੂ ਪਰਮੇਸ਼ਰ ਦਾ ਨਾਮ ਜਿਹੜੇ ਹਰ ਵੇਲੇ ਉਚਾਰਨ ਕਰਦੇ ਰਹਿੰਦੇ, ਹਰ ਵੇਲੇ ਜਪਦੇ ਰਹਿੰਦੇ, ਉਹਨਾਂ ਦੇ ਉੱਪਰ ਇਸ ਅਵਸਥਾ ਦਾ ਕੋਈ ਵੀ ਫਰਕ ਨਹੀਂ ਪੈਂਦਾ। 125 ਸਾਲ ਦੀ ਅਵਸਥਾ ਸੀ ਬ੍ਰਹਮ ਗਿਆਨੀ ਬਾਬਾ ਬੁੱਢਾ ਸਾਹਿਬ ਜੀ ਦੀ। ਫਿਰ ਵੀ ਜਿਸ ਵੇਲੇ ਧੰਨ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਅੰਤਮ ਵੇਲੇ ਰਮਦਾਸ ਦੀ ਧਰਤੀ ਦੇ ਉੱਪਰ ਦਰਸ਼ਨ ਦਿੱਤੇ, ਤੇ ਇਹ ਨਹੀਂ ਕਿਹਾ ਵੀ ਮੈਂ 12 ਸਾਲ ਦੀ ਆਯੂ ਤੋਂ ਲੈ ਕਰਕੇ ਗੁਰੂ ਘਰ ਦੀ ਸੇਵਾ ਕਰਦਾ ਰਿਹਾ। ਬ੍ਰਹਮ ਗਿਆਨੀ ਬਾਬਾ ਬੁੱਢਾ ਸਾਹਿਬ ਜੀ ਦੇ ਅੱਗੇ ਹੱਥ ਜੋੜੇ, ਮੀਰੀ ਪੀਰੀ ਦੇ ਮਾਲਕ ਸਤਿਗੁਰੂ ਕਹਿਣ ਲੱਗੇ, ਕੋਈ ਵੱਡੇ ਸਤਿਗੁਰਾਂ ਦਾ ਬਚਨ ਸੁਣਾਓ। ਕਿਹਾ ਜੀ, ਜਿਸ ਵੇਲੇ ਗੁਰੂ ਨਾਨਕ ਦੇਵ ਸਾਹਿਬ ਜੀ ਨੇ ਪਰਖ ਕੀਤੀ, ਉਸ ਪਰਖ ਦੇ ਵਿੱਚੋਂ ਫੇਲ ਹੋ ਗਏ। ਤੁਹਾਡੇ ਚਰਨਾਂ ਨੂੰ ਅੰਤ ਵੇਲੇ ਤਾਂ ਅਰਾਧਿਆ ਹੈ ਮਹਾਰਾਜ, ਆਪਣੀ ਕਰਨੀ ਕਰਕੇ ਅਸੀਂ ਕਿਤੇ ਠੌਰ ਨਹੀਂ ਪਾ ਸਕਦੇ, ਪਰ ਆਪ ਰਹਿਮਤ ਕਰਿਓ, ਜਿਵੇਂ ਇੱਥੇ ਸਿੱਖੀ ਨਿਭਾਈ ਹੈ, ਓੜਕ ਵੇਲੇ ਅੰਤ ਵੇਲੇ ਆਪਣੇ ਚਰਨਾਂ ਦੇ ਨਾਲ ਜੋੜ ਕੇ ਰੱਖਿਓ, ਤੁਹਾਡੇ ਚਰਨਾਂ ਦੇ ਵਿੱਚ ਜਗ੍ਹਾ ਮਿਲ ਜਾਵੇ। ਇਹ ਅਵਸਥਾ ਗੁਰਮੁਖਾਂ ਦੀ, ਇਹ ਅਵਸਥਾ ਬਣੀ ਕਿਵੇਂ? ਹੁਣ ਇਹ ਪੜ੍ਹੀਏ ਤੇ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਸਾਹਿਬ ਜੀ ਕਹਿੰਦੇ, ਗੁਰਮੁਖ ਅੰਤਰ ਸਹਿਜ ਹੈ, ਮਨ ਚੜਿਆ ਦਸਵੇਂ ਆਕਾਸ, ਤਿੱਥੈ ਊਂਘ ਨ ਭੁੱਖ ਹੈ, ਆਤਮ ਰਾਮ ਸੁਖ ਵਾਸ, ਨਾਨਕ ਦੁਖ ਸੁਖ ਵਿਆਪਤ ਨਹੀਂ, ਜਿੱਥੈ ਆਤਮ ਰਾਮ ਪ੍ਰਗਾਸ। ਸਰੀਰ ਦੇ ਉੱਪਰ ਆਉਂਦਾ ਹੋਇਆ ਜਿਹੜਾ ਦੁੱਖ ਹੈ ਉਹ ਵੀ ਉਹਨਾਂ ਨੂੰ ਵਿਆਪਦਾ ਨਹੀਂ, ਕਿਉਂਕਿ ਉਹਨਾਂ ਦੇ ਜੀਵਨ ਦੇ ਵਿੱਚ ਗੁਰੂ ਗਿਆਨ ਦੇ ਆਸਰੇ ਸਦਕਾ ਜਿਹੜਾ ਆਤਮਾ ਦਾ ਪ੍ਰਗਾਸ਼ ਹੋ ਗਿਆ। ਤੇ ਉਸ ਦਾ ਲਾਭ ਕੀ ਪ੍ਰਾਪਤ ਹੋਇਆ? ਮਨ ਖਿੜਿਆ ਹਰਿਆ ਬਾਗ। ਜਿਵੇਂ ਬਸੰਤ ਰੁੱਤ ਦੇ ਵਿੱਚ ਬਨਸਪਤੀ ਦੇ ਉੱਪਰ ਹਰਿਆਲੀ ਹੁੰਦੀ ਹੈ ਨਾ, ਐਵੇਂ ਸਦਾ ਚਿਤ ਵਾਸਤੇ ਉਹ ਰੱਬ ਦੇ ਪਿਆਰਿਆਂ ਦੇ ਜੀਵਨ ਦੇ ਵਿੱਚ ਖੁਸ਼ਹਾਲੀ ਹੁੰਦੀ। ਨਹੀਂ ਸਰੀਰ ਦੇ ਉੱਪਰ ਕੋਈ ਦੁੱਖ ਵਿਆਪਦਾ, ਨਹੀਂ ਸਰੀਰ ਦੇ ਉੱਪਰ ਭੁੱਖ ਵਿਆਪਦਾ। ਜੇ ਸਰੀਰ ਦੁੱਖ ਭੁੱਖ ਆਉਂਦਾ ਵੀ ਹੈ, ਗੁਰੂ ਦੇ ਚਰਨਾਂ ਦਾ ਓਟ ਆਸਰਾ ਧਰ ਕੇ ਕਹਿੰਦੇ, ਜੇ ਦੁੱਖ ਦੇਹ ਤਾਂ ਤੁਝੇ ਅਰਾਧੀ, ਸੁਖ ਪੀ ਤੁਝੇ ਧਿਆਈ, ਜੇ ਭੁੱਖ ਦੇਹ ਤਾਂ ਇਤਹੀ ਰਾਜਾ, ਦੁੱਖ ਵਿੱਚ ਸੁਖ ਮਨਾਈ। ਇਸ ਅਵਸਥਾ ਦੇ ਅਭਿਮਾਨੀ ਬਣ ਗਏ। ਧੰਨ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਜੀ ਕਹਿੰਦੇ, ਜਿਹੜਾ ਪੋਹ ਦਾ ਮਹੀਨਾ ਇਹ ਬ੍ਰਿਧ ਅਵਸਥਾ ਹੈ, ਉਹਨਾਂ ਦੇ ਇਸ ਬ੍ਰਿਧ ਅਵਸਥਾ ਦੇ ਵਿੱਚ ਉਹਨਾਂ ਦੇ ਸਰੀਰ ਦੇ ਉੱਪਰ ਜਿਹੜੀ ਜੜਤਾ ਰੂਪੀ ਬਰਫ਼ ਹੈ ਨਾ, ਉਹ ਵਿਆਪਤੀ ਨਹੀਂ, ਅਗਿਆਨਤਾ ਵਿਆਪਦੀ ਨਹੀਂ ਹੈ, ਕਿਉਂਕਿ ਉਹਨਾਂ ਦੇ ਕੰਠ ਦੇ ਵਿੱਚ ਪਰਮੇਸ਼ਰ ਦਾ ਨਾਮ ਮਿਲ ਗਿਆ।
ਮਨ ਬੇਧਿਆ ਚਰਨਾਰ ਬਿੰਦ ਦਰਸ਼ਨ ਲਗੜਾ ਸਾਹੂ। ਮਹਾਰਾਜ ਉਹਨਾਂ ਦੀ ਅਵਸਥਾ ਕੀ ਹੈ, ਉਹ ਕਿਸ ਅਵਸਥਾ ਦੇ ਅਭਿਮਾਨੀ ਬਣ ਜਾਂਦੇ। ਧੰਨ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਜੀ ਕਹਿੰਦੇ ਜਿਹੜੇ ਪਰਮੇਸ਼ਰ ਦੇ ਚਰਨ ਅਰਵਿੰਦ ਕਹਿ ਲਈਏ ਕਵਲ ਸਰੀਖੇ, ਪਰਮੇਸ਼ਰ ਦੇ ਚਰਨਾਂ ਕਮਲਾਂ ਦੇ ਵਿੱਚ ਉਹਨਾਂ ਦਾ ਮਨ ਵਿੰਨਿਆ ਜਾਂਦਾ ਹੈ। ਜਿਵੇਂ ਭੌਰਾ ਕਵਲ ਦੇ ਫੁੱਲ ਦੇ ਉੱਪਰ ਆਣ ਕੇ ਬੈਠਦਾ, ਉਸ ਦੇ ਵਿੱਚੋਂ ਸੁਗੰਧੀ ਪ੍ਰਾਪਤ ਕਰਦਾ, ਉਸ ਸੁਗੰਧੀ ਦੇ ਵਿੱਚ ਹੀ ਇੰਨਾ ਆਨੰਦ ਮਿਲ ਜਾਂਦਾ। ਜਿਸ ਵੇਲੇ ਸੂਰਜ ਅਸਤ ਹੁੰਦਾ ਛਿਪ ਜਾਂਦਾ ਹੈ, ਨਾਲ ਹੀ ਉਹ ਜਿਹੜਾ ਫੁੱਲ ਹੈ ਉਹ ਸਮੇਟਿਆ ਜਾਂਦਾ, ਉਸ ਦੀਆਂ ਪੰਖੜੀਆਂ ਵਿੱਚੇ ਵਿੱਚ ਹੀ ਆਪਣੇ ਆਪ ਨੂੰ ਫਨਾ ਕਰ ਦਿੰਦਾ ਹੈ। ਇੰਨਾ ਰਸ, ਇੰਨਾ ਆਨੰਦ ਆ ਜਾਂਦਾ ਹੈ। ਐਵੇਂ ਹੀ ਸਤਿਕਾਰਯੋਗ ਭਾਈ ਮਨੀ ਸਿੰਘ ਜੀ ਜਿਸ ਵੇਲੇ ਕਹਿਣ ਲੱਗਾ ਜਲਾ ਦੋ ਮਨੀ ਸਿੰਘਾ ਸਿੱਖੀ ਪਿਆਰੀ ਹੈ ਕਿ ਜੀਵਨ ਪਿਆਰਾ ਹੈ, ਹੱਥ ਜੋੜ ਕਰਕੇ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੇ ਚਰਨਾਂ ਦਾ ਧਿਆਨ ਧਰਿਆ। ਕਹਿਣ ਲੱਗੇ ਤਨ ਗੰਦਗੀ ਦੀ ਕੋਠੜੀ ਹਰ ਹੀਰਿਆਂ ਦੀ ਖਾਨ, ਜੇ ਤਨ ਦਿੱਤਿਆ ਹਰ ਮਿਲੇ ਤਉ ਵੀ ਸਸਤਾ ਜਾਨ। ਭਾਈ ਮਤੀ ਦਾਸ ਨੂੰ ਕਿਹਾ ਤੇਰੇ ਸਿਰ ਦੇ ਉੱਪਰ ਆਰਾ ਫਿਰਨ ਲੱਗਾ ਹੈ, ਸਰੀਰ ਦੇ ਦੋ ਫਾੜੇ ਹੋ ਜਾਣਗੇ। ਤੇ ਧੰਨ ਭਾਈ ਮਤੀ ਦਾਸ ਜੀ ਕਹਿੰਦੇ ਆਰਾ ਪਿਆਰਾ ਲਗਤ ਹੈ ਕਾਰਾ ਕਰੋ ਬਣਾਏ, ਸਿਰ ਜਾਏ ਤਾਂ ਜਾਏ ਮੇਰਾ ਸਿੱਖੀ ਸਿਦਕ ਨਾ ਜਾਏ। ਭਾਈ ਸ਼ੁਬੇਗ ਸਿੰਘ, ਭਾਈ ਸ਼ਹਿਬਾਜ਼ ਸਿੰਘ ਨੂੰ ਪੁੱਛਿਆ ਜਾਂਦਾ ਤੁਹਾਨੂੰ ਚੜਖੜੀ ਤੇ ਚਾੜ ਕੇ ਮਾਰਿਆ ਜਾਵੇਗਾ, ਤਿਆਗੋ ਸਿੱਖੀ। ਤੇ ਆਪਣੀ ਪਵਿੱਤਰ ਰਸਨਾ ਦੇ ਦੁਆਰਾ ਬਚਨ ਕਰਦੇ ਹਮ ਕਾਰਨ ਗੁਲ ਕੁਲਹਿ ਗਵਾਈ, ਹਮ ਕੁਲ ਰਾਖੇ ਕਵਨ ਵਡਾਈ। ਸਾਡੇ ਕਾਰਨ ਸਰਬੰਸਦਾਨੀ ਸਤਿਗੁਰੂ ਨੇ ਆਪਣਾ ਸਰਬੰਸੀ ਵਾਰਤਾ, ਅਸੀਂ ਆਪਣੀ ਕੁਲ ਬਚਾ ਲਈਏ। ਭਾਈ ਸ਼ੁਬੇਗ ਸਿੰਘ ਕਹਿੰਦਾ ਇਸ ਦੇ ਵਿੱਚ ਕਿਹੜੀ ਵਡਿਆਈ ਹੈ। ਐਸੇ ਮਹਾਨ ਪਵਿੱਤਰ ਜਿਵੇਂ ਭੌਰਾ ਇੱਕ ਵਾਰ ਜਾ ਕੇ ਕਵਲ ਦੇ ਫੁੱਲ ਦੇ ਵਿੱਚ ਬੈਠਾ ਆਪਣੇ ਪ੍ਰਾਣ ਨਿਸ਼ਾਵਰ ਕਰਤੇ, ਪਰ ਉਹ ਰਸ ਲੈਣਾ ਨਹੀਂ ਤਿਆਗਿਆ। ਐਵੇਂ ਰੱਬ ਦੇ ਪਿਆਰੇ ਹਨ। ਭਾਈ ਗੁਰਦਾਸ ਜੀ ਨੇ ਕੁਝ ਉਦਾਹਰਨਾਂ ਪ੍ਰਮਾਣ ਦਿੱਤੇ। ਕਹਿਣ ਲੱਗੇ ਚੰਦ ਚਕੋਰ ਪ੍ਰੀਤ ਹੈ ਲਾਏ ਤਾਰ ਨਿਹਾਲੇ, ਚਕਵੀ ਸੂਰਜ ਹੇਤ ਹੈ ਮਿਲ ਹੋਣ ਸੁਖਾਲੇ, ਮੋਰ ਬਬੀਹੇ ਬੋਲਦੇ ਵੇਖ ਬੱਦਲ ਕਾਲੇ, ਨਾਲ ਪਧਾਰ ਪ੍ਰੇਮ ਹੈ ਮਾਂ ਪੁੱਤ ਸੰਭਾਲੇ, ਪੀਰ ਮੁਰੀਦਾਂ ਪਿਰ ਹੜੀ ਉਹ ਨਿਭੈ ਨਾਲੇ। ਜਿਵੇਂ ਚੰਦਰਮਾ ਦੀ ਨਾਲ ਚਕੋਰ ਦੀ ਓੜਕ ਤੱਕ ਪ੍ਰੀਤ ਹੈ ਜਿੰਨਾ ਉਸ ਦਾ ਜੀਵਨ ਹੈ, ਜਿਵੇਂ ਸੂਰਜ ਦੇ ਨਾਲ ਚਕਵੇ ਦੀ ਜਿੰਨਾ ਜੀਵਨ ਹੈ ਉਹਨਾਂ ਚਿਰ ਪ੍ਰੇਮ ਹੁੰਦਾ ਹੈ। ਜਿਹੜਾ ਮਾਂ ਹੈ ਉਹ ਆਪਣੇ ਪੁੱਤ ਦੇ ਨਾਲ ਅੰਤਲੇ ਸਾਹ ਤੱਕ ਵੀ ਪ੍ਰੇਮ ਕਰਦੀ ਹੈ। ਇਸਤਰੀ ਪਤੀਵ੍ਰਤਾ ਧਨ ਵਾਲੀ ਆਪਣੇ ਪਤੀ ਦੇ ਨਾਲ ਓੜਕ ਵੇਲੇ ਤੱਕ ਭਾਵੇਂ ਦੁੱਖ ਸੁੱਖ ਹੋ ਜਾਣ, ਪਰ ਗੁਰਬਾਣੀ ਦਾ ਬਚਨ ਹੈ ਰੂਖੋ ਭੋਜਨ ਭੂਮ ਸੈਨ ਸਖੀ ਪ੍ਰੇ ਸੰਗ ਸੂਖ ਬਿਹਾਤ। ਐਵੇਂ ਦਾ ਜੀਵਨ ਹੈ। ਆਕਾਸ਼ ਦੇ ਵਿੱਚ ਕਾਲੀਆਂ ਘਟਾਵਾਂ ਚੜ੍ਹਦੀਆਂ, ਮੋਰ ਬਬੀਹੇ ਖੁਸ਼ ਹੋ ਜਾਂਦੇ ਹਨ। ਭਾਈ ਗੁਰਦਾਸ ਜੀ ਕਹਿੰਦੇ ਐਵੇਂ ਜਿਹੜੇ ਰੱਬ ਦੇ ਪਿਆਰੇ ਨਾ ਉਹ ਨਿਭੈ ਨਾਲੇ, ਉਹਨਾਂ ਦੀ ਪਰਮੇਸ਼ਰ ਦੇ ਨਾਲ ਓੜਕ ਤੱਕ ਨਿਭ ਜਾਂਦੀ ਹੈ। ਹੋਰ ਇਸੇ ਪ੍ਰਕਰਨ ਦਾ ਖੁਲਾਸਾ ਧੰਨ ਗੁਰੂ ਅਰਜਨ ਦੇਵ ਮਹਾਰਾਜ ਸਾਹਿਬ ਜੀ ਨੇ ਜੈਤਸਰੀ ਦੀ ਵਾਰ ਦੇ ਵਿੱਚ ਕੀਤਾ। ਕਹਿ ਲਗੇ ਜੋ ਮਛਲੀ ਬਿਨ ਪਾਣੀਏ ਕਿਉ ਜੀਵਨ ਪਾਵੈ, ਬੂੰਦ ਵਿਹੂਣਾ ਚਾਤਰ ਕੋ ਕਿਉ ਕਰ ਤ੍ਰਿਪਤਾਵੈ, ਨਾਦ ਕੁਰੰਕਹਿ ਵਿਧਿਆ ਸਨਮੁਖ ਉਠ ਧਾਵੈ, ਭਵਰ ਲੋਭੀ ਕੁਸਮ ਬਾਸਕਾ ਮਿਲ ਆਪ ਬੰਦਾਵੈ। ਤੇ ਉਹ ਸੰਤ ਜਨਾ ਹਰ ਪ੍ਰੀਤ ਹੈ ਦੇਖ ਦਰਸ ਅਗਾ। ਜਿਵੇਂ ਮੱਛੀ ਦਾ ਪਾਣੀ ਤੋਂ ਬਗੈਰ ਜੀਵਨ ਨਹੀਂ, ਗੁਰਸਿੱਖਾਂ ਦਾ ਬਾਣੀ ਤੋਂ ਬਗੈਰ ਜੀਵਨ ਨਹੀਂ। ਧੰਨ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਜੀ ਕਹਿੰਦੇ ਪਰਮੇਸ਼ਰ ਦੇ ਚਰਨਾਂ ਕਮਲਾਂ ਦੇ ਵਿੱਚ ਪਰਮੇਸ਼ਰ ਦੇ ਪਿਆਰਿਆਂ ਦਾ ਮਨ ਵਿੰਨਿਆ ਗਿਆ। ਪਰਮੇਸ਼ਰ ਦੇ ਚਰਨ ਕਮਲ ਕੀ ਜੀ? ਗੁਰੂ ਗੋਬਿੰਦ ਸਿੰਘ ਸਾਹਿਬ ਜੀ ਕਹਿੰਦੇ ਚਿਤ ਚਰਨ ਨਾਮ। ਪਰਮੇਸ਼ਰ ਦੇ ਜਿਹੜੇ ਚਰਨ ਹਨ ਉਹ ਹਨ ਪਰਮੇਸ਼ਰ ਦਾ ਨਾਮ। ਤੇ ਵਿੰਨਿਆ ਕਿਵੇਂ ਗਿਆ ਹੈ? ਹਰ ਵੇਲੇ ਉਚਾਰਨ ਕਰਦੇ ਰਹਿੰਦੇ ਸਤਨਾਮ ਸ੍ਰੀ ਵਾਹਿਗੁਰੂ।
ਹਰ ਵੇਲੇ ਹੀ ਜਪਦੇ ਰਹਿੰਦੇ, ਸਵਾਸ ਸਵਾਸ ਐਵੇਂ ਬੇਨਤੀਆਂ ਕਰਦੇ, ਮਹਾਰਾਜ ਊਠਤ ਬੈਠਤ ਸੋਵਤ ਜਾਗਤ ਇਹੋ ਮਨ ਤੁਝੈ ਚਿਤਾਰੇ। ਪ੍ਰਭ ਜੀ ਤੂੰ ਮੇਰੇ ਪ੍ਰਾਨ ਆਧਾਰੇ, ਨਮਸਕਾਰ ਡੰਡੌਤ ਬੰਦਨਾ ਅਨਕ ਬਾਰ ਜਾਓ ਬਾਰੇ। ਮਹਾਰਾਜ ਬਲਿਹਾਰ ਜਾਨੇ, ਤੁਸੀਂ ਸਾਡੇ ਪ੍ਰਾਣਾਂ ਦਾ ਆਸਰਾ ਹੋ। ਉੱਠਦਿਆਂ ਬਹਿੰਦਿਆਂ ਸੁੱਤਿਆਂ ਅਸੀਂ ਆਪ ਜੀ ਦੇ ਨਾਮ ਨੂੰ ਹੀ ਜਪੀਏ, ਕਿਉਂਕਿ ਗੁਰੂ ਅਰਜਨ ਦੇਵ ਸਾਹਿਬ ਜੀ ਕਹਿੰਦੇ ਊਠਤ ਬੈਠਤ ਸੋਵਤ ਨਾਮ ਕਹੋ ਨਾਨਕ ਜਨ ਕੈ ਸਦ ਕਾਮ। ਤੇ ਇੱਕ ਹੋਰ ਉਹਨਾਂ ਦੀ ਉਮੰਗ ਹੈ, ਜਦੋਂ ਅਸੀਂ ਨਾਮ ਜਪਦੇ ਨਾ ਸਾਡੀਆਂ ਅਨੇਕਾਂ ਪ੍ਰਕਾਰ ਦੀਆਂ ਮੰਗਾਂ ਹੁੰਦੀਆਂ। ਉਹਨਾਂ ਦੇ ਜੀਵਨ ਦੇ ਵਿੱਚ ਕੇਵਲ ਤੇ ਕੇਵਲ ਦਰਸ਼ਨ ਲੱਗਾ ਸ਼ਾਹੋ। ਸਾਹੋ ਦਾ ਅਰਥ ਪਹਿਲਾ ਹੈ ਉਸ਼ਾਹੜਾ, ਉਤਸ਼ਾਹ। ਦੁਸ਼ਟਾ ਸ਼ਾਹ ਆਪਾਂ ਮਾਲਕ ਨੂੰ ਵੀ ਕਹਿੰਦੇ ਆ, ਤੇ ਸਾਹ ਜਿਹੜੇ ਆਪਾਂ ਚੱਲ ਰਹੇ ਇਹਨਾਂ ਨੂੰ ਵੀ ਸਾਹ ਹੀ ਕਹਿੰਦੇ। ਉਹ ਉਹਨਾਂ ਦੇ ਜੀਵਨ ਦੇ ਵਿੱਚ ਉਹ ਜਿਹੜਾ ਸਰਬ ਸ੍ਰਿਸ਼ਟੀ ਦਾ ਮਾਲਕ ਹੈ ਪਰਮੇਸ਼ਰ, ਜਿਹਨੂੰ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਨੇ ਕਿਹਾ ਰਾਜਨ ਕੇ ਰਾਜਾ ਮਹਾਰਾਜਨ ਕੇ ਮਹਾਰਾਜਾ, ਐਸੋ ਰਾਜ ਛੋੜ ਔਰ ਦੂਜਾ ਕੌਣ ਧਿਆਈਐ। ਐਸਾ ਉਹ ਪਰਮੇਸ਼ਰ ਵਾਹਿਗੁਰੂ ਪਰਮਾਤਮਾ ਸਵਾਸ ਸਵਾਸ ਉਹਨਾਂ ਦੇ ਜੀਵਨ ਦੇ ਵਿੱਚ ਉਹਨਾਂ ਦੇ ਦਰਸ਼ਨਾਂ ਦਾ ਉਤਸ਼ਾਹ ਹੁੰਦਾ। ਹਉ ਤੁਮਰੀ ਕਰੋ ਨਿਤ ਆਸ ਪ੍ਰਭ ਮੋਹਿ ਕਬ ਗਲ ਲਾਵੇ। ਇਹ ਉਹਨਾਂ ਦੇ ਜੀਵਨ ਦੇ ਵਿੱਚ ਉਸ਼ਾਹੜਾ ਉਮੰਗ ਹੁੰਦੀ ਹੈ। ਓਟ ਗੋਵਿੰਦ ਗੋਪਾਲ ਰਾਏ, ਸੇਵਾ ਸੁਆਮੀ ਲਾਹੋ। ਉਹਨਾਂ ਦੇ ਜੀਵਨ ਦੇ ਵਿੱਚ ਓਟ ਕੇਵਲ ਤੇ ਕੇਵਲ ਪਰਮੇਸ਼ਰ ਦੇ ਨਾਮ ਦੀ ਹੈ। ਗੁਰਬਾਣੀ ਦਾ ਇੱਕ ਬਚਨ ਹੈ, ਕਿਸੇ ਹੀ ਧੜਾ ਨਾ ਕੀਆ ਮਿੱਤਰ ਸਵਤ ਨਾਲ ਭਾਈ। ਕੋਈ ਕਿਸੇ ਦਾ ਆਸਰਾ ਤੱਕਦਾ ਹੈ, ਕੋਈ ਕਿਸੇ ਦਾ ਆਸਰਾ ਤੱਕਦਾ, ਪਰ ਕੇਵਲ ਤੇ ਕੇਵਲ ਉਹਨਾਂ ਦੇ ਜੀਵਨ ਦੇ ਵਿੱਚ ਪਰਮੇਸ਼ਰ ਦੀ ਓਟ ਹੈ। ਔਰ ਯਕੀਨ ਜਾਣਿਓ ਗੁਰਸਿੱਖੋ, ਦੁਨੀਆ ਦੀਆਂ ਓਟਾਂ ਤੱਕ ਕਰਕੇ ਜਿਸ ਵੇਲੇ ਗੁਰੂ ਕਾ ਸਿੱਖ ਗੁਰੂ ਦੀ ਤੇ ਪਰਮੇਸ਼ਰ ਦਾ ਪਿਆਰਾ ਪਰਮੇਸ਼ਰ ਦੀ ਓਟ ਤੱਕੇਗਾ ਨਾ, ਦੁਨੀਆ ਦੇ ਲੋਕ ਉਸ ਦਾ ਵਾਲ ਵਿੰਗਾ ਨਹੀਂ ਕਰ ਸਕਦੇ। ਸ੍ਰੀ ਅਨੰਦਪੁਰ ਸਾਹਿਬ ਜੀ ਦੀ ਗਾਥਾ ਹੈ। ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਚਰਨਾਂ ਦੇ ਵਿੱਚ ਭੀਮ ਚੰਦ ਦਾ ਭੇਜਾ ਹੋਇਆ ਇੱਕ ਵਜ਼ੀਰ ਆਇਆ, ਜਿਸ ਦਾ ਨਾਮ ਸੀ ਦੇਵੀਦਾਸ। ਆਣ ਕੇ ਗੁਰੂ ਘਰ ਦੀ ਸ਼ੋਭਾ ਤੱਕੀ ਵਾਪਸ ਗਿਆ, ਜਾ ਕਰਕੇ ਕਹਿਣ ਲੱਗਾ ਰਾਜਨ ਅਜਾਈ ਵੈਰ ਨਾ ਕਮਾ। ਗੁਰੂ ਨਿਰਭਉ ਹੈ ਨਿਰਵੈਰ। ਗੁੱਸਾ ਆਇਆ, ਮਨ ਦੇ ਵਿੱਚ ਮੁਸ਼ਕਾਂ ਬੰਨ ਲਈਆਂ, ਉੱਚੀ ਪਹਾੜੀ ਤੇ ਖੜਿਆ, ਗਰਮ ਸਲਾਈਆਂ ਕਰਕੇ ਕਹਿਣ ਲੱਗਾ ਜਿਹੜੇ ਨੇਤਰਾਂ ਦੇ ਨਾਲ ਗੁਰੂ ਦੇ ਤੱਕ ਕੇ ਆਪਣੀ ਜ਼ੁਬਾਨ ਦੇ ਨਾਲ ਸ਼ੋਭਾ ਕਰ ਰਹੇ, ਮੈਂ ਉਹ ਨੇਤਰ ਹੀ ਨਹੀਂ ਰਹਿਣ। ਅੱਗ ਵਰਗੀਆਂ ਗਰਮ ਸਲਾਈਆਂ ਕਰਕੀਆਂ ਦੋਵੇਂ ਦੇਵੀਦਾਸ ਦੇ ਅੱਖਾਂ ਦੇ ਵਿੱਚ ਮਾਰੀਆਂ, ਪੱਟੀ ਬੰਨਤੀ, ਰੇੜਤਾ। ਆਪੇ ਪਹਾੜਾਂ ਦੇ ਉੱਪਰ ਕੋਈ ਪਸ਼ੂ ਪੰਛੀ ਜਾਨਵਰ ਆਵੇਗਾ, ਖਾ ਕੇ ਇਹਦਾ ਸਰੀਰ ਖਤਮ ਕਰ ਦੇਵੇਗਾ। ਰੇੜਦਿਆ ਹੋਇਆ ਇੱਕ ਦਰਖਤ ਦਾ ਆਸਰਾ ਮਿਲਿਆ, ਖਲੋਤਾ, ਬੰਨੀਆਂ ਹੋਈਆਂ ਮੁਸ਼ਕਾਂ ਖੋਲੀਆਂ, ਅੱਖਾਂ ਤੋਂ ਪੱਟੀ ਖੋਲੀ, ਸਾਰਾ ਕੁਝ ਉਵੇਂ ਦਿਖ ਰਿਹਾ ਹੈ। ਸੋਚਿਆ ਭੀਮ ਚੰਦ ਦੇ ਪਾਸ ਗਿਆ, ਉਹ ਫੇਰ ਮਾਰੇਗਾ। ਬਚਨ ਦਾ ਆਸਰਾ ਇੱਕ ਕੇਵਲ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੇ ਚਰਨ ਹੀ ਹਨ। ਪਾਸ ਆਇਆ, ਆਣ ਕੇ ਨਮਸਕਾਰ ਕੀਤੀ, ਕਹਿਣ ਲੱਗਾ ਮਹਾਰਾਜ ਜਦੋਂ ਆਪ ਚੱਲ ਕੇ ਜਾਂਦੇ ਹੋ, ਗੁਰੂ ਕੀਆਂ ਸਿੱਖ ਸੰਗਤਾਂ ਤੁਹਾਡੇ ਚਰਨਾਂ ਦੇ ਵਿੱਚ ਫੁੱਲ ਵਸਾਉਂਦੀਆਂ, ਫੁੱਲ ਵਿਛਾ ਦਿੰਦੀਆਂ ਕਿ ਮੇਰੇ ਗੁਰੂ ਨੇ ਇੱਥੋਂ ਨਹੀਂ ਪ੍ਰਸਥਾਨ ਕਰਨਾ ਹੈ, ਜਾਣਾ ਹੈ। ਕੀ ਕਾਰਨ? ਦੋਵੇਂ ਚਰਨਾਂ ਦੇ ਵਿੱਚ ਇੱਕੇ ਵਾਰੀ ਸੱਟ ਲੱਗ ਗਈ। ਮਹਾਰਾਜ ਕਹਿਣ ਲੱਗੇ ਉਹ ਦੇਵੀ ਦਾਸਾ, ਆਪੇ ਤੇ ਸਾਡੇ ਚਰਨਾਂ ਦਾ ਧਿਆਨ ਧਾਰਿਆ ਸੀ ਜਦੋਂ ਤੇਰੇ ਨੇਤਰਾਂ ਦੇ ਵਿੱਚ ਗਰਮ ਸਲਾਈਆਂ ਵੱਜ ਰਹੀਆਂ ਸੀ। ਹੱਥ ਜੋੜ ਕੇ ਚਰਨਾਂ ਦੇ ਵਿੱਚ ਝੁਕਿਆ, ਮਹਾਰਾਜ ਇੰਨੇ ਦਿਆਲੂ ਕਿਰਪਾਲੂ, ਇੰਨੀ ਰਹਿਮਤ। ਸੁਣਿਆ ਸੀ ਜਿਹੜਾ ਸਤਿਗੁਰੂ ਹੈ ਉਹ ਆਪਣੇ ਸਿੱਖ ਦੀ ਪ੍ਰਤਪਾਲਨਾ ਕਰਦਾ ਹੈ, ਪਰ ਮੈਂ ਤਾਂ ਪੂਰਨ ਰੂਪ ਦੇ ਵਿੱਚ ਸਿੱਖ ਵੀ ਨਹੀਂ ਸਾਂ, ਤੁਹਾਡੇ ਚਰਨਾਂ ਦਾ ਆਸਰਾ ਧਾਰਿਆ, ਤੁਸੀਂ ਕਿਰਪਾ ਕੀਤੀ। ਔਰ ਰੁਸਤਮ ਰਾਓ ਬਾਲਾ ਰਾਓ ਨੇ ਪੁਨੇ ਸਤਾਰੇ ਦੀ ਜੇਲ੍ਹ ਦੇ ਵਿੱਚ ਗੁਰੂ ਕੇ ਸਿੱਖ ਦੇ ਕੋਲੋਂ ਹੀ ਇਹ ਬਚਨ ਸੁਣਿਆ ਸੀ ਨਾ, ਸਤਿਗੁਰ ਸਿੱਖ ਕੇ ਬੰਧਨ ਕਾਟੇ। ਤੇ ਜਿਨ੍ਹਾਂ ਨੇ ਜੀਵਨ ਦੇ ਪਰਯੰਤੀ ਜੇਲ੍ਹ ਦੇ ਵਿੱਚ ਰਹਿਣਾ ਸੀ, ਆਸ ਹੀ ਮੁੱਕ ਚੁੱਕੀ ਸੀ ਕਿ ਬਾਹਰ ਕਿਵੇਂ ਜਾਵਾਂਗੇ,
ਉਹ ਸਿੱਖ ਨੂੰ ਕਹਿਣ ਲੱਗੇ, ਓਏ ਐਸਾ ਕਿਹੜਾ ਗੁਰੂ ਹੈ? ਕਹਿਣ ਲੱਗੇ, ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਜੀ। ਜੇ ਅਸੀਂ ਆਰਾਧਨਾ ਕਰੀਏ, ਕਹਿਣ ਲੱਗੇ, ਤੁਹਾਡੀਆਂ ਵੀ ਬਿਨਾਂ ਜਾਤੀ ਭੇਦ ਭਾਵ ਤੋਂ, ਬਿਨਾਂ ਊਚ ਨੀਚ ਤੋਂ ਜਿਹੜਾ ਉਹਦਾ ਸੇਵਕ ਬਣਦਾ ਹੈ, ਉਸ ਦੇ ਸਾਰੇ ਬੰਧਨ ਕੱਟ ਦਿੰਦੇ। ਪ੍ਰੇਮ ਦੇ ਨਾਲ ਇੰਨੀ ਆਰਾਧਨਾ ਕੀਤੀ, ਇੰਨੀ ਆਰਾਧਨਾ ਕੀਤੀ। ਸਤਿਗੁਰੂ ਬੇਸ਼ੱਕ ਸੱਚਖੰਡ ਚਲੇ ਗਏ, ਵਾਪਸ ਆਣ ਕੇ ਕਹਿਣ ਲੱਗੇ, ਓ ਰੁਸਤਮ ਰਾਓ, ਬਾਲਾ ਰਾਓ, ਆਓ ਚਲੀਏ ਤੁਹਾਡੇ ਬੰਧਨ ਕੱਟੀਏ, ਜਿਹੜੀ ਭਾਵਨਾ ਨੂੰ ਲੈ ਕਰਕੇ ਤੁਸੀਂ ਆਰਾਧ ਰਹੇ ਸੀ। ਕਿਉਂਕਿ ਗੁਰਸਿੱਖੋ, ਸਤਿਗੁਰੂ ਗੁਰੂ ਗੋਬਿੰਦ ਸਿੰਘ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਆਪ ਇਹ ਬਚਨ ਕਿਹਾ ਮਾਰੇ, ਕਹਿੰਦੇ, ਬੰਗ ਕੇ ਬੰਗਾਲੀ ਫਿਰ ਹੰਗ ਕੇ ਫਿਰੰਗਾ ਵਾਲੀ, दिल्ली के दिलवाली तेरी आज्ञा में चलत है, रोह के रोहेले माग देश के मगेले, वीर बंगसी बुंदेले पाप पुंज को दलत है, गोखा गुण गावे चीन मा चीन के शीस न्यावे, तिब्बती त्यावे दे दोख दे को दलत है, जिन्हें तोहे त्यायो तिने पूर्ण प्रताप पायो, सर्ब धन धाम फल फूल सो फलत। सतगुरु धन गुरु श्री गुरु गोबिंद सिंह साहब महाराज सच्चे पातशाह जी ने उन्होंने बंधन कटे। असी इतिहास जानते महाराज सच्चे पातशाह जी कहते, केवल ते केवल उन्होंने चरणों दे विच परमेश्वर दे चरणों दा ओट आसरा हुंदा, ते परमेश्वर दे चरणों दे विच जिहड़ा उन्हां दा मन है वो विन्निया गया है। हर वेले ही परमेश्वर दे नाम नूं उराद दे और हर वेले ही परमेश्वर दे चरणों दा ओट आसरा है। विख्या पोहे न सकई, मिल साधु गुण गाहो। भाई परमेश्वर दे प्यारिਆਂ ने जिन्हां ने अपने जीवन नूं साध लिया है, उन्हां दी संगत दे विच बैठ करके परमेश्वर दा नाम जपो, तां जिहड़े विख्या विकार हन, काम क्रोध लोभ मोह हंकार, शब्द स्पर्श रूप रस गंध, जिहड़े दोष हन वो पो नहीं सकदे। जहते उपजी तह मिली, सच्ची प्रीत समाहो। जिन्हां ने ऐसा जीवन अपना बना लिया, उन्हां दी बिरती जिथों जेड़ी पैदा हुई है, बहुर हम काहे आवेंगे, आमन जाना हुक्म तिसे का हुक्म है बुझ समावे। उथे जेड़ी बिरती है, उन्होंने अभेद निश्चय का आनंद मारिया ना, इस आनंद की प्राप्ति उन्होंने हो गई है। उथे ही वो जेड़े समा गए हन। कर गह लीनी पार ब्रह्म, बहुड़ न विछड़िया हो। क्योंकि परमेश्वर ने जेड़ा साडा मन रूपी हाथ सी, किरपा रूपी बांह दे नाल इस नूं पकड़ लिया। जिवें एक तकड़ा बंदा होए, माड़े दा कोई अंग प्रतंग पकड़ लवे, छड़ा नहीं ना सकदा। वो परमेश्वर दयालु कृपालु महाराज सच्चे पातशाह जी कहंदे, उन्हें साडे मन रूपी हाथ नूं पकड़ लिया। कर गए लीनी पार ब्रह्म, बौड़ ना विछड़िया। हुण बाद दे विच परमेश्वर दे चरणां चों विछड़ना ही नहीं बनदा है। बार जाओ लख बेरिया, हर सज्जन अगम अगाहो। असीं लखां बार उस परमेश्वर तो बलिहार जांदे आ। वो साडा सज्जन है, हरि हर नूं हरेक नूं हरियां भरियां करन वाला। अगम कह लईए मन दी गमता तो परे है, ते अगाहो कह लईए बुद्धि तो भी अविशे है। जां अगाह हुंदा है डूंगा निरहल है, उसदा किसी ने अंत नहीं पाया। रूड़ो गूड़ो गहर गंभीरो ऊंचो अगम अपारे। इहो जिहा जो वाहिगुरु परमात्मा है, उन्हें साडे उपर बख्शिश करती, असीं उन्हां तो लखां बार ही बलिहार जांदे हां। शरम पाई नारायणा, नानक दर पईया हो। साडे जीवन दे विच उस परमेश्वर दे नाम दी लज्जा आ गई। भाव हर वेले परमेश्वर दे नाम नूं असीं चेते करदे ते शर्म उस दी शरण दे विच पए आ। नानक दर पईया हो। असीं उन्हां दे चरणां दे विच अपने आप नूं ढाल लिया है, अपने आप नूं पा लिया है। भूख सोहंदा सरब सुख, जिस बख्शे वे परवाहो। पौह दा महीना उन्हां दे वास्ते सुहंदा कह लईए सोभनीक है, ते सर्ब सुख सारे सुखां नूं देण वाला है। मन दे तन दे सारे ही सुखां नूं देण वाला है। किन्हां नूं? जिस बख्शे वे परवाह।
ਉਹ ਬੇਪਰਵਾਹ ਪ੍ਰਮਾਤਮਾ ਜਿਹੜਾ ਸੰਸਾਰ ਤੇ ਕਿਸੇ ਦੀ ਪਰਵਾਹ ਨਹੀਂ ਕਰਦਾ, ਜਿਸ ਦੇ ਉੱਪਰ ਉਹ ਬਖਸ਼ਿਸ਼ ਕਰ ਦਿੰਦਾ, ਉਹ ਨਜ਼ਰੇ ਅਨਾਇਤ ਕਰ ਦਿੰਦਾ। ਜਿਹਦੇ ਉੱਪਰ ਉਸ ਦੀ ਨਜ਼ਰੇ ਅਨਾਇਤ ਹੋ ਗਈ, ਧੰਨ ਸਤਿਗੁਰੂ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਜੀ ਕਹਿੰਦੇ ਉਸ ਦੇ ਵਾਸਤੇ ਪੋਹ ਦਾ ਮਹੀਨਾ ਸੁੱਖਾਂ ਵਾਲਾ ਬਣ ਗਿਆ। ਜਾਂ ਪੋਹ ਦਾ ਅਰਥ ਪੋਹ ਰੂਪੀ ਜਿਹੜੀ ਬ੍ਰਿਧ ਅਵਸਥਾ ਸੀ ਨਾ, ਉਹ ਸੁੱਖਾਂ ਵਾਲੀ ਬਣ ਗਈ, ਜਿਨ੍ਹਾਂ ਦੇ ਉੱਪਰ ਪਰਮੇਸ਼ਰ ਨੇ ਬਖਸ਼ਿਸ਼ ਕਰਤੀ ਹੈ। ਆਸਾ ਮਹੱਲਾ ਪੰਜਵਾ। ਬੰਧਨ ਕਾਟ ਵਿਸਾਰੇ ਔਗਨ, ਆਪਣਾ ਬਿਰਦ ਸਮਾਰਿਆ। ਸਰਬੱਤ ਸੰਗਤ ਪ੍ਰੇਮ ਦੇ ਨਾਲ ਉਚਾਰਨ ਕਰੋ ਜੀ, ਸਤਨਾਮ ਸ੍ਰੀ ਵਾਹਿਗੁਰੂ। ਇਹ ਸਤਿਗੁਰੂ ਸਾਹਿਬ ਜੀ ਨੇ ਪੋਹ ਦੇ ਮਹੀਨੇ ਦੁਆਰਾ ਉਪਦੇਸ਼ ਬਖਸ਼ਿਆ ਸੀ। ਇਸ ਪਾਵਨ ਤਖਤ ਸਹਿਬਾਨ ਦੀ ਮਰਿਆਦਾ ਦੇ ਮੁਤਾਬਕ ਜੋ ਇਸ ਸਥਾਨ ਦੇ ਉੱਪਰ ਗੁਰੂ ਕੀ ਬਾਣੀ ਦੀ ਲੜੀਵਾਰ ਕਥਾ ਵਿਚਾਰ ਚੱਲ ਰਹੀ ਹੈ, ਆਓ ਪ੍ਰੇਮ ਸਤਿਕਾਰ ਦੇ ਨਾਲ ਉਸ ਨੂੰ ਆਪਾਂ ਸਰਵਣ ਕਰੀਏ। ਧੰਨ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਜੀ ਕਿਰਪਾ ਕਰ ਰਹੇ। ਸਤਿਗੁਰੂ ਜੀ ਕਹਿੰਦੇ ਜਿਨ੍ਹਾਂ ਦੇ ਉੱਪਰ ਪਰਮੇਸ਼ਰ ਦੀ ਕਿਰਪਾ ਹੋ ਜਾਂਦੀ, ਬਖਸ਼ਿਸ਼ ਦੀ ਕੀ ਨਿਸ਼ਾਨੀ ਹੈ? ਸਾਹਿਬ ਕਹਿੰਦੇ ਉਹਨਾਂ ਨੇ ਆਪਣੇ ਜੀਵਨ ਦੇ ਵਿੱਚੋਂ ਸਾਰੇ ਬੰਧਨ ਕੱਟ ਲਏ। ਵਿਸਾਰੇ ਔਗਣ, ਜਿਹੜੀ ਔਗਣ ਸੀ ਉਹ ਸਾਰੇ ਵਿਸਾਰਤ, ਜਿਨ੍ਹਾਂ ਨੂੰ ਮਹਾਰਾਜ ਦਸਵੇਂ ਪਾਤਸ਼ਾਹ ਨੇ ਆਸੁਰੀ ਸੰਪਦਾ ਦਾ ਨਾਮ ਦਿੱਤਾ, ਉਹ ਸਾਰੇ ਆਪਣੇ ਜੀਵਨ ਦੇ ਵਿੱਚੋਂ ਵਿਸਾਰਤ। ਕਾਮ, ਕ੍ਰੋਧ, ਲੋਭ, ਮੋਹ, ਹੰਕਾਰ ਉਹਨਾਂ ਦੇ ਜੀਵਨ ਦੇ ਉੱਪਰ ਪ੍ਰਭਾਵ ਹੀ ਨਹੀਂ ਪੈਂਦਾ। ਤੇ ਇੱਕ ਅਰਥ ਸਤਿਪੁਰਖਾਂ ਨੇ ਇਹ ਵੀ ਕੀਤਾ ਹੈ, ਵਿਸਾਰੇ ਔਗਣ, ਜਿਨ੍ਹਾਂ ਨੇ ਆਪਣੇ ਜੀਵਨ ਦੇ ਵਿੱਚੋਂ ਔਗਣ ਸਾਰੇ ਵਿਸਾਰਤੇ ਨਾ, ਮਹਾਰਾਜ ਸੱਚੇ ਪਾਤਸ਼ਾਹ ਜੀ ਕਿਰਪਾ ਕਰਦੇ ਤੇ ਉਹਨਾਂ ਦੇ ਸਤਿਗੁਰੂ ਰਹਿਮਤ ਕਰਕੇ ਸਾਰੇ ਜਿਹੜੇ ਬੰਧਨ ਹਨ ਉਹ ਕੱਟ ਦਿੰਦੇ ਹਨ। ਆਪਾਂ ਪਵਿੱਤਰ ਬਚਨ ਪੜ੍ਹਦੇ ਸ੍ਰੀ ਸੁਖਮਨੀ ਸਾਹਿਬ ਜੀ ਦਾ, ਸਤਿਗੁਰ ਸਿੱਖ ਕੇ ਬੰਧਨ ਕਾਟੇ, ਗੁਰ ਕਾ ਸਿੱਖ ਵਿਕਾਰ ਤੇ। ਵਿਕਾਰਾਂ ਕਰਕੇ ਜੀਵਨਾਂ ਦੇ ਵਿੱਚ ਔਗਣਾਂ ਦੀ ਉਤਪਤੀ ਹੁੰਦੀ। ਉਹ ਔਗਣ ਵਿਕਾਰ ਸਾਰੇ ਜਿਨ੍ਹਾਂ ਨੇ ਖਤਮ ਕਰ ਲਏ, ਨਾਸ਼ ਕਰ ਲਏ, ਸਤਿਗੁਰੂ ਉਹਨਾਂ ਦੇ ਸਾਰੇ ਹੀ ਬੰਧਨ ਕੱਟ ਦਿੰਦੇ। ਸਾਰੇ ਜਿਹੜੇ ਬੰਧਨ ਹਨ ਉਹਨਾਂ ਨੂੰ ਨਾਸ਼ ਕਰ ਦਿੰਦੇ। ਇਹ ਵਾਹਿਗੁਰੂ ਪਰਮਾਤਮਾ ਨੇ, ਸੱਚੇ ਗੁਰੂ ਨੇ ਆਪਣਾ ਜਿਹੜਾ ਬਿਰਦ ਹੈ ਨਾ ਉਹ ਸੰਭਾਲਣਾ ਕੀਤਾ। ਬਿਰਦ ਦਾ ਅਰਥ ਹੁੰਦਾ ਹੈ ਕਦੀਮੀ ਸੁਭਾਅ। ਸਾਡਾ ਜਿਹੜਾ ਸੁਭਾਅ ਹੈ ਨਾ ਇਹ ਬਦਲਦਾ ਰਹਿੰਦਾ, ਕਦੇ ਗੁੱਸੇਖੋਰਾ ਹੋ ਗਿਆ, ਗੁਸੈਲਾ ਹੋ ਗਿਆ, ਕਦੇ ਅਸੀਂ ਬੜੇ ਖੁਸ਼ ਆਨੰਦ ਦੇ ਵਿੱਚ ਹੁੰਦੇ। ਪਰ ਪਰਮੇਸ਼ਰ ਦਾ ਜਿਹੜਾ ਸੁਭਾਅ ਹੈ ਨਾ ਉਹ ਕਦੀਮੀ ਹੈ, ਉਹ ਬਦਲਦਾ ਨਹੀਂ। ਉਸ ਸੁਭਾਅ, ਜਿਹੜਾ ਸੁਭਾਅ ਕਦੀ ਵੀ ਬਦਲੇ ਨਾ, ਉਸ ਸੁਭਾਅ ਨੂੰ ਕਿਹਾ ਜਾਂਦਾ ਹੈ ਇਹ ਸੁਭਾਅ ਕਦੀਮੀ ਸੁਭਾਅ। ਜਿਵੇਂ ਇੱਕ ਮਾਂ ਦਾ ਜਿਹੜਾ ਨਜ਼ਰੀਆ ਹੈ ਉਹ ਆਪਣੇ ਪੁੱਤਰ ਦੇ ਪ੍ਰਥਾਏ ਕਦੀ ਵੀ ਬਦਲਦਾ ਨਹੀਂ। ਧੰਨ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਜੀ ਕਹਿੰਦੇ ਦੂਸਰਾ ਅਰਥ ਜਿਹੜਾ ਬਿਰਦ ਦਾ ਹੈ ਨਾ ਉਹ ਧਰਮ ਵੀ ਕੀਤਾ। ਪਰਮੇਸ਼ਰ ਨੇ ਆਪਣਾ ਧਰਮ ਕਦੀਮੀ ਸੁਭਾਅ ਸੰਭਾਲਿਆ ਹੈ। ਹੋਏ ਕਿਰਪਾਲ ਮਾਤ ਪਿਤ ਨਿਆਈ, ਬਾਰਿਕ ਜਿਉ ਪ੍ਰਤਿਪਾਰਿਆ। ਉਹ ਕਿਰਪਾਲੂ ਹੋਏ ਮਾਤਾ ਪਿਤਾ ਦੇ ਸਦਰਸ਼। ਜਿਵੇਂ ਮਾਤਾ ਪਿਤਾ ਕਿਰਪਾਲੂ ਰਹਿੰਦਾ ਹੈ ਨਾ ਆਪਣੇ ਬਾਲਕ ਦੇ ਉੱਪਰ, ਆਪਣਾ ਜਿਹੜਾ ਬਾਲਕ ਸੀ ਅਸੀਂ ਉਸ ਦੇ ਬਾਲਕ ਸਾਰ ਮਈਆ ਹੋ ਬਾਰਿਕ ਤੇਰਾ, ਕਾਹੇ ਨਾ ਖੰਡ ਸਭ ਗੁਣ। ਬਾਲਕ ਦੀ ਨਿਆਈ ਅਸੀਂ ਉਸ ਦੇ ਚਰਨਾਂ ਦੇ ਵਿੱਚ ਝੁਕੇ। ਇੱਕ ਗੱਲ ਯਾਦ ਰੱਖਿਓ, ਬਾਲਕ ਦੇ ਜੀਵਨ ਦੇ ਵਿੱਚ ਸਿਆਣਪ ਨਹੀਂ ਹੁੰਦੀ, ਕਿਉਂਕਿ ਭਾਈ ਗੁਰਦਾਸ ਜੀ ਨੇ ਬਚਨ ਇਹ ਕਿਹਾ, ਬਾਲਕ ਬੁੱਧ ਅਚੇਤ ਹੈ। ਉਹਨੂੰ ਗੁਣ ਤੇ ਔਗਣ ਦੀ ਪਰਖ ਨਹੀਂ ਹੁੰਦੀ, ਪਾਪ ਤੇ ਪੁੰਨ ਦੀ ਸਾਰ ਨਹੀਂ ਹੁੰਦੀ। ਉਹ ਜਿਹੜਾ ਕਰਮ ਕਰਦਾ ਹੈ ਆਪਣੇ ਖੁਸ਼ੀ ਦੇ ਵਾਸਤੇ ਕਰ। ਬਾਲਕ ਬੁੱਧ ਉਹ ਹੈ ਜਿਸ ਦੇ ਜੀਵਨ ਦੇ ਵਿੱਚ ਹੰਕਾਰ ਪੁਣਾ ਨਹੀਂ, ਕਿਉਂਕਿ ਉਹ ਬੁੱਧ ਹੀ ਅਚੇਤ ਹੈ। ਔਰ ਯਾਦ ਰੱਖਿਓ, ਸਿੱਖ ਵੀ ਜਿਸ ਦਿਨ ਹੰਕਾਰ ਛੱਡ ਕਰਕੇ ਭਾਵਨਾ ਦੇ ਨਾਲ ਗੁਰੂ ਦੇ ਚਰਨਾਂ ਦੇ ਵਿੱਚ ਝੁਕੇ ਤੇ ਕਵੇ ਮਹਾਰਾਜ ਰਾਖ ਲਿਓ ਹਮ ਤੇ ਬਿਗਨੀ, ਸੀਲ ਧਰਮ ਜਪ ਭਗਤ ਨ ਕੀਨੀ, ਹਉ ਅਭਿਮਾਨ ਟੇਢ ਪਗਨੀ ਰਹਾਓ, ਅਮਰ ਜਾਨ ਸੰਚੀ ਇਹ ਕਾਇਆ, ਇਹ ਮਿਥਿਆ ਕਾਚੀ ਗਗਰੀ। ਮਹਾਰਾਜ ਅਸੀਂ ਤੇ ਆਪਣੇ ਆਪ ਨੂੰ ਅਮਰ ਜਾਣ ਕਰ ਮਰਨਾ ਹੀ ਨਹੀਂ ਹੈ, ਤੇ ਇਸ ਸੰਸਾਰ ਦੇ ਉੱਪਰ ਇਹ ਕਰਮ ਔਗਣ ਕਰੀ ਜਾ ਰਹੇ।
ਔਰ ਯਾਦ ਰੱਖਿਓ ਸਿੱਖੋ, ਹਰਨਾਕਸ਼ ਦੇ ਬਾਰੇ ਆਪਾਂ ਸਾਰਾ ਕੁਝ ਪੜ੍ਹਦੇ ਹਾਂ। ਜਦੋਂ ਉਸ ਦਾ ਜੀਵਨ ਪੜੋ, ਸਾਖਸ਼ਾਤ ਰੂਪ ਦੇ ਵਿੱਚ ਦਰਸ਼ਨ ਕਰਕੇ ਤੇ ਵਰ ਮੰਗੇ ਸਨ ਕਿ ਸਾਨੂੰ ਆਹ ਵਰ ਦੇ। ਪਰ ਜਦੋਂ ਗੁਰਬਾਣੀ ਪੜੋ, ਮਹਾਰਾਜ ਦੀ ਗੁਰਬਾਣੀ ਦੇ ਵਿੱਚ ਉਸ ਨੂੰ ਦੁਸ਼ਟ ਦਾ ਖਿਤਾਬ ਦਿੱਤਾ। ਕਾਰਨ ਕੀ? ਦਿੱਤੀਆਂ ਪਰਮੇਸ਼ਰ ਦੀਆਂ ਦਾਤਾਂ ਤੇ ਆਪਾ ਭਾਵ ਉਸ ਤੇ ਜਨਾਤਾ ਵੀ ਇਹ ਮੇਰਾ ਕੁਛ ਹੈ, ਹੁਣ ਮੈਂ ਹੀ ਮੈਂ ਹਾਂ, ਤੂੰ ਤੇ ਰਹਿ ਹੀ ਨਹੀਂ ਗਿਆ ਕਿਉਂਕਿ ਤੂੰ ਇੱਕ ਵਾਰ ਦੇਤੀ। ਇਹ ਦੁਸ਼ਟਤਾਈ ਵਾਲੀ ਜ਼ਿੰਦਗੀ ਹੈ। ਅਸੀਂ ਵੀ ਸਤਿਗੁਰੂ ਦੇ ਚਰਨਾਂ ਦੇ ਵਿੱਚ ਦਿੱਤੀਆਂ ਹੋਈਆਂ ਦਾਤਾਂ ਦਾ ਸਦੀਵ ਕਾਲ ਸ਼ੁਕਰਾਨਾ ਕਰੀਏ। ਮਹਾਰਾਜ ਤੂੰ ਹੈ ਦਾਤਾ, ਸਾਰਿਆਂ ਜੀਵਾਂ ਨੂੰ ਦੇਣ ਵਾਲਾ ਹੈ। ਸਿਰ ਸਿਰ ਰਿਜਕ ਸੰਭਾਹੇ ਠਾਕੁਰ, ਕਾਹੇ ਮਨ ਭਉ ਕਰੇ। ਉਸ ਨੂੰ ਕਦੀ ਭੁਲਾਈਏ ਨਾ, ਉਸ ਨੂੰ ਜੀਵਨ ਦੇ ਵਿੱਚੋਂ ਕਦੀ ਵਿਸਾਰੀਏ ਨਾ। ਧੰਨ ਗੁਰੂ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਜੀ ਕਹਿੰਦੇ, ਫਿਰ ਉਹ ਵਾਹਿਗੁਰੂ ਪਰਮਾਤਮਾ ਮਾਤਾ ਦੇ ਸਦਰਸ਼ ਪ੍ਰਤਪਾਲਣਾ ਕਰਦਾ ਹੈ, ਪਿਤਾ ਵਤ ਹੋ ਕਰਕੇ ਜੀਵਾਂ ਦੀ ਰੱਖਿਆ ਕਰਦਾ ਹੈ। ਜਿਵੇਂ ਆਪਾਂ ਪਵਿੱਤਰ ਗੁਰੂ ਕੀ ਬਾਣੀ ਦਾ ਬਚਨ ਪੜ੍ਹਦੇ ਆ ਨਾ, ਜੈਸੇ ਬਾਲਕ ਭਾਏ ਸੁਭਾਈ, ਉਹਨੂੰ ਪਤਾ ਨਹੀਂ ਹੈ ਵੀ ਇਸ ਦਾ ਫਲ, ਇਸ ਦਾ ਰਿਜ਼ਲਟ ਕੀ ਹੋਵੇਗਾ। ਲੱਖ ਅਪਰਾਧ ਕਮਾਵੇ, ਕਰ ਉਪਦੇਸ਼ ਝਿੜਕੇ ਬਹੁ ਪਾਤੀ, ਬਹੁਰ ਪਿਤਾ ਗੱਲ ਲਾਵੇ। ਰਮਈਆ ਹਾਂ ਬਾਰਕ ਤੇਰਾ, ਕਾਹੇ ਨਾ ਖੰਡਸ ਆਵਗੁਣ ਮੇਰਾ। ਧੰਨ ਗੁਰੂ ਅਰਜਨ ਦੇਵ ਮਹਾਰਾਜ ਸਾਹਿਬ ਜੀ ਕਹਿੰਦੇ, ਆਪਣੇ ਸੇਵਕਾਂ ਨੂੰ, ਵਾਹਿਗੁਰੂ ਪਰਮਾਤਮਾ ਨੂੰ, ਜਿਹੜੇ ਸੇਵਕ ਬਾਰਕ ਦੀ ਨਿਆਈ ਸਨ, ਪਰਮੇਸ਼ਰ ਨੇ ਮਾਤਾਵਤ ਹੋ ਕਰਕੇ ਇਹਨਾਂ ਦੀ ਪ੍ਰਤਪਾਲਨਾ ਕੀਤੀ ਤੇ ਪਿਤਾਵਤ ਹੋ ਕਰਕੇ ਰੱਖਿਆ ਕੀਤੀ ਹੈ। ਗੁਰ ਸਿੱਖ ਰਾਖੇ ਗੁਰ ਗੋਪਾਲ, ਜਿਹੜੇ ਗੁਰਸਿੱਖ ਹਨ ਉਹ ਪ੍ਰਿਥਵੀ ਦਾ ਪਾਲਕ ਜੋ ਨਿਰੰਕਾਰ, ਉਸ ਦੇ ਸਰਗੁਣ ਸਵਰੂਪ ਸਤਿਗੁਰੂ ਨੇ ਰੱਖ ਲਏ। ਕਾਢ ਲੀਏ ਮਹਾ ਬਹੁ ਜਲ ਤੇ, ਆਪਣੀ ਨਦਰ ਨਿਹਾਲ। ਮਹਾ ਕਹਿ ਲਈਏ ਵੱਡਾ ਤੇ ਭਵਜਲ ਕਹਿ ਲਈਏ, ਜਿਹਦੇ ਵਿੱਚ ਭੈ ਦਾ ਇੱਕ ਜਲ ਹੈ, ਜਿਹਦੇ ਵਿੱਚ ਸਦਾ ਹੀ ਖੌਫ ਬਣਿਆ ਰਹਿੰਦਾ ਹੈ। ਬੋਝੇ ਵਿੱਚ ਪੈਸਾ ਹੋਵੇ, ਡਰ ਹੁੰਦਾ ਹੈ ਵੀ ਕੋਈ ਕੱਢ ਕੇ ਹੀ ਨਾ ਲੈ ਜਾਵੇ। ਜ਼ਿਆਦਾ ਪੈਸਾ ਘਰ ਦੇ ਵਿੱਚ ਆ ਗਿਆ, ਫਿਕਰ ਬਣਿਆ ਰਹਿੰਦਾ ਹੈ ਕਿ ਕਿਤੇ ਇਨਕਮ ਟੈਕਸ ਦਾ ਛਾਪਾ ਹੀ ਨਾ ਪੈ ਜਾਵੇ। ਜਿਹਦੇ ਵਿੱਚ ਭੈ ਦਾ ਇੱਕ ਜਲ ਹੈ, ਹਮੇਸ਼ਾ ਹੀ ਡਰ ਬਣਿਆ ਰਹਿੰਦਾ। ਜਿਹੜੇ ਧਰਮੀ ਹਨ ਉਹਨਾਂ ਨੂੰ ਇਹ ਡਰ ਹੈ, ਫੇਰ ਕਿਤੇ ਬਾਹਰ ਨਾ ਹੋਏਗੋ ਫੇਰਾ ਮਹਾਰਾਜ, ਕਿਤੇ ਬਾਅਦ ਦੇ ਵਿੱਚ ਫੇਰ ਨਾ ਜੰਮਣ ਮਰਨ ਪੈ ਜਾ। ਰਹਿਮਤ ਕਰ ਦੇ। ਇਹ ਭੈ ਦਾ ਇੱਕ ਜਲ ਹੈ ਜਿਹੜਾ ਸੰਸਾਰ ਹੈ, ਇਹ ਤੋਂ ਕੱਢ ਲੈ, ਬਚਾ ਲੈਣਾ ਕੀਤੇ। ਆਪਣੀ ਨਦਰ ਨਿਹਾਲ, ਸਵੱਲੀ ਨਦਰ ਕਰਕੇ, ਰਹਿਮਤ ਵਾਲੀ ਨਦਰ ਕਰਕੇ, ਰਹਾਉ ਵਿਸ਼ਰਾਮ ਦੇ ਕਰਕੇ ਬਖਸ਼ਿਸ਼ ਕਰਦੇ ਹਨ। ਜਾਂ ਕਾ ਸਿਮਰਨ ਜਮ ਤੇ ਛੂਟੀਆ, ਹਲਤ ਪਲਤ ਸੁਖ ਪਾਈਆ। ਧੰਨ ਗੁਰੂ ਅਰਜਨ ਦੇਵ ਮਹਾਰਾਜ ਸਾਹਿਬ ਜੀ ਕਹਿੰਦੇ, ਹੋ ਸਿੱਖਾ, ਜਿਹਦਾ ਸਿਮਰਨ ਕਰਕੇ ਜਮਾਂ ਦੇ ਕੋਲੋਂ ਛੁੱਟ ਸਕੀਦਾ। ਆਪਾਂ ਪੜ੍ਹਦੇ ਹਾਂ, ਨਾਮ ਧਿਆਇਨ ਸਾਜਨਾ ਜਨਮ ਪਦਾਰਥ ਜੀਤ, ਨਾਨਕ ਧਰਮ ਐਸੇ ਚਵੇ ਕੀਤੋ ਭਵਨ ਪੁਨੀਤ। ਜਿਹਦੇ ਸਿਮਰਨ ਕਰਕੇ ਜਮਾਂ ਤੋਂ ਛੁੱਟ ਜਾਈਦਾ ਹੈ ਔਰ ਹਲਤ ਪਲਤ ਸੁਖ ਪਾਈਏ। ਹਲਤ ਕਹਿ ਲਈਏ ਲੋਕ ਤੇ ਪਲਤ ਕਹਿ ਲਈਏ ਪਰਲੋਕ। ਲੋਕ ਪਰਲੋਕ ਦੇ ਵਿੱਚ ਸੁਖ ਪਾਈਦਾ ਹੈ। ਮਹਾਰਾਜ ਕਹਿੰਦੇ, ਹਲਤ ਸੁਖ ਪਲਤ ਸੁਖ, ਨਿਤ ਸੁਖ ਸਿਮਰਨੋ, ਨਾਮ ਗੋਬਿੰਦ ਕਾ ਸਦਾ ਲੀਜੈ। ਮਿਟੇ ਚਰਾਣੇ ਪਾਪ ਕਮਾਣੇ, ਸਾਧ ਸੰਗ ਮਿਲ ਮੁਆ ਜੀ। ਜਿਹਦੇ ਕਿਰਪਾ ਦੇ ਨਾਲ ਲੋਕ ਸੁਖੀਏ ਤੇ ਪਰਲੋਕ ਸੁਹੇਲੇ ਹੋ ਜਾਂਦੇ, ਜਿਹਦੀ ਕਿਰਪਾ ਦੇ ਨਾਲ ਧੰਨ ਗੁਰੂ ਅਰਜਨ ਦੇਵ ਸਾਹਿਬ ਜੀ ਕਹਿੰਦੇ, ਆਗੇ ਸੁਖ ਮੇਰੇ ਮੀਤਾ, ਪਾਛੈ ਆਨੰਦ ਪ੍ਰਭ ਕੀਤਾ। ਪਰਮੇਸ਼ਰ ਬਨਤ ਬਣਾਈ, ਫਿਰ ਡੋਲਤ ਕਤ ਹੋਣਾ। ਭਾਈ ਉਸ ਦਾ ਸਿਮਰਨ ਕਰ, ਉਸ ਨੂੰ ਚੇਤੇ ਕਰ, ਉਸ ਦੀ ਆਰਾਧਨਾ ਕਰ, ਉਸ ਨੂੰ ਆਪਣੇ ਜੀਵਨ ਦੇ ਵਿੱਚ ਲਿਆ, ਉਸ ਨੂੰ ਸਵਾਸ ਸਵਾਸ ਚੇਤੇ ਕਰ। ਧਿਆਨ ਧਰ ਸਤਿਗੁਰੂ ਦੇ ਚਰਨਾਂ ਦਾ ਉਚਾਰਨ ਕਰਦਾ ਰਹੇ, ਸਤਨਾਮ ਸ੍ਰੀ ਵਾਹਿਗੁਰੂ। ਮਾਰੇ ਕਹਿੰਦੇ, ਜੇ ਉਚਾਰਦਾ ਰਵੇਂਗਾ ਤੇ ਲੋਕ ਪਰਲੋਕ ਦੇ ਵਿੱਚ ਸੁਖ ਪਾਵੇਂਗਾ। ਸਾਸ ਗਿਰਾਸ ਜਪਹੁ ਜਪ ਰਸਨਾ, ਨੀਤ ਨੀਤ ਗੁਣ ਗਾਈਆ। ਆਪਣੇ ਸਾਸਾਂ ਦੇ ਨਾਲ, ਸਾਹ ਜਿਹੜੇ ਸਾਡੇ ਚਾਰ ਹਨ, ਗਰਾਸਦਾਰ ਹੁੰਦਾ ਹੈ ਗਰਾਈ, ਜਿਹੜੀ ਆਪਾਂ ਬੁਰਕੀ ਤੋੜ ਕੇ ਮੁੱਖ ਚ ਪਾਉਣੇ ਉਹਨੂੰ ਕਹਿੰਦੇ ਗਰਾਈ।
ਸਤਿਗੁਰੂ ਕਹਿੰਦੇ ਆਉਂਦੇ ਜਾਂਦੇ ਸਾਹ ਦੇ ਨਾਲ ਵੀ ਉਸ ਨੂੰ ਭੁਲਾ ਨਾ। ਜੇ ਭੋਜਨ ਛਕ ਰਿਹਾ, ਮੂੰਹ ਦੇ ਵਿੱਚ ਗਰਾਈ ਪਾਉਣ ਲੱਗਾ ਹੈ, ਤੇ ਧੰਨ ਗੁਰੂ ਗ੍ਰੰਥ ਸਾਹਿਬ ਜੀ ਦਾ ਬਚਨ ਹੈ, ਇਹ ਕਹੇ ਜਿਸ ਦਾ ਦਿੱਤਾ ਖਾਵਣਾ ਤਿਸ ਕਹੀਏ ਸਾਬਾਸ। ਮਹਾਰਾਜ ਤੂੰ ਦਾਤਾ ਦਾਤਾਰ, ਤੇਰਾ ਦਿੱਤਾ ਖਾਵਣਾ। ਇਹ ਤੇਰੀਆਂ ਦਾਤਾਂ ਮਾਲਕਾ, ਸੁਖ ਤੇਰਾ ਦਿੱਤਾ ਲਹੀਏ। ਸਤਿਗੁਰੂ ਕਹਿੰਦੇ ਸਾਸ ਗਿਰਾਸ ਉਸ ਵਾਹਿਗੁਰੂ ਪਰਮਾਤਮਾ ਨੂੰ ਆਪਣੀ ਰਸਨਾ ਦੇ ਨਾਲ ਵੀ ਜਪ ਮਨ ਸਤਨਾਮ, ਸਦਾ ਸਤਨਾਮ, ਹਲਤ ਪਲਤ ਮੁਖ ਉਜਲ ਹੋਈਐ, ਨਿਤ ਧਿਆਈਐ ਹਰ ਪੁਰਖ ਨਿਰੰਜਨ। ਉਸ ਪਰਮੇਸ਼ਰ ਦਾ ਜਦੋਂ ਜਿਹੜਾ ਨਿਤ ਰੂਪ ਹੈ, ਨਿਤ ਰਹਿਣ ਵਾਲਾ ਹੈ, ਨਿਤ ਨਵਾਂ ਹੈ, ਉਹਦੇ ਨਿਤਾ ਪ੍ਰਤੀ ਗੁਣ ਗਾਉਣਾ ਕਰੋ। ਭਗਤ ਪ੍ਰੇਮ ਪਰਮ ਪਦ ਪਾਇਆ, ਸਾਧ ਸੰਗ ਦੁਖ ਨਾਠੇ। ਪ੍ਰੇਮ ਭਗਤੀ ਦੇ ਆਸਰੇ। ਪ੍ਰੇਮ ਭਗਤੀ ਕੀ ਹੈ? ਪਰਮੇਸ਼ਰ ਦੇ ਚਰਨਾਂ ਦੇ ਨਾਲ ਪ੍ਰੇਮ ਕਰਨਾ, ਗੁਰੂ ਕੀ ਸੰਗਤ ਕਰਨੀ, ਗੁਰੂ ਦਾ ਉਪਦੇਸ਼ ਕਰਵਾਉਣਾ। ਕਿਉਂਕਿ ਦੋ ਯੋਗ ਹਨ, ਇੱਕ ਹਠ ਯੋਗ ਤੇ ਗੁਰੂ ਨਾਨਕ ਦੇਵ ਸਾਹਿਬ ਜੀ ਨੇ ਆਪਣੇ ਗੁਰਸਿੱਖਾਂ ਦੀ ਝੋਲੀ ਦੇ ਵਿੱਚ ਭਗਤ ਯੋਗ ਕਪਾਇਆ। ਭਗਤ ਯੋਗ ਕੋ ਜੈਤਵਾਰ ਹਰ ਜਨਹਿ ਉਪਾਏ, ਅਬ ਨਾਹੇ ਅਵਰ ਸਰ ਕਾਮ ਬਾਰੰਤਰ ਪੂਰੀ ਪੜੀ। ਇਹ ਮਹਾਰਾਜ ਨੇ ਰਹਿਮਤਾਂ ਕੀਤੀਆਂ। ਸਤਿਗੁਰੂ ਕਹਿੰਦੇ ਪ੍ਰੇਮਾ ਭਗਤੀ ਦੇ ਆਸਰੇ ਪਰਮ ਪਦਵੀ ਨੂੰ ਪ੍ਰਾਪਤ ਕਰ ਲਿਆ, ਤੇ ਸਾਧ ਸੰਗਤ ਦੇ ਆਸਰੇ ਜਿਹੜੇ ਦੁੱਖ ਉਹ ਨਾਠੇ ਨਸ ਗਏ। ਚਾਰ ਪ੍ਰਕਾਰ ਦੇ ਦੁੱਖ, ਦੁੱਖ ਵਿਛੋੜਾ, ਇੱਕ ਦੁੱਖ ਭੂਖ, ਇੱਕ ਦੁੱਖ ਸਖਤ ਵਾਰ ਜਮਦੂਤ, ਇੱਕ ਦੁੱਖ ਰੋਗ ਲੱਗੇ ਤਨ ਧਾਏ ਵੈਦ ਨਾ ਭੋਲੇ ਦਾ। ਜੰਮਣ ਮਰਨ ਦਾ ਦੁੱਖ, ਸਰੀਰ ਨੂੰ ਕੋਈ ਰੋਗ ਲੱਗ ਜਾਣਾ ਉਸ ਦਾ ਦੁੱਖ, ਵਿਛੜ ਜਾਣਾ ਉਸ ਦਾ ਦੁੱਖ, ਭੁੱਖ ਦਾ ਦੁੱਖ। ਮਾਰੇ ਕਹਿੰਦੇ ਇਹ ਚਾਰ ਪ੍ਰਕਾਰ ਦੇ ਦੁੱਖ ਨੱਠ ਗਏ, ਖਤਮ ਹੋ ਗਏ ਸਾਧ ਸੰਗਤ ਦੇ ਵਿੱਚ ਬੈਠਣੇ ਕਰਕੇ। ਜਨ ਜਾਏ ਕਿਛ ਪਹੁ ਨ ਵਿਆਪੇ, ਹਰ ਧਨ ਨਿਰਮਲ ਗਾਠੇ। ਛਿਜੈ ਦਾ ਅਰਥ ਹੈ ਗਵਾਚਣਾ, ਖੋਣਾ। ਨਹੀਂ ਨਾ ਹੀ ਕੋਈ ਪਾਸੋਂ ਗਵਾਚਦਾ ਹੈ ਪਰਮੇਸ਼ਰ ਦਾ ਨਾਮ ਧਨ, ਕਿਉਂਕਿ ਹਰ ਧਨ ਨਿਰਮਲ ਗਾਠੇ। ਜਿਹੜਾ ਪਰਮੇਸ਼ਰ ਦਾ ਨਾਮ ਸੀ ਨਾ, ਉਹ ਜਿਹੜੀ ਇਹ ਸਾਡੀ ਬੁੱਧੀ ਸੀ, ਇਹ ਸੀ ਤੱਪੜ ਦੀ ਨਿਆਈ, ਇਹ ਸੀ ਵਿਛਾਉਣੇ ਦੀ ਨਿਆਈ। ਇਸ ਦੇ ਵਿੱਚ ਪ੍ਰੇਮ ਰੂਪੀ ਗੰਢਾਂ ਦੇ ਨਾਲ ਬੰਨ ਲਿਆ। ਭਾਵ ਬੁੱਧ ਦੇ ਵਿੱਚ ਪ੍ਰੇਮ ਵਸਾ ਕਰਕੇ ਪਰਮੇਸ਼ਰ ਦਾ ਨਾਮ ਅਸੀਂ ਹੁਣ ਪਕੜ ਲਿਆ ਹੈ। ਹਰ ਨਾਮ ਧਨ ਨਿਰਮਲਾਤ ਪਾਰ। ਉਹ ਜਿਹੜਾ ਨਿਰਮਲ ਪਰਮੇਸ਼ਰ ਦਾ ਨਾਮ ਸੀ, ਉਹ ਨਹੀਂ ਕੋਈ ਖੋ ਸਕਦਾ ਸੰਸਾਰ ਦੇ ਵਿੱਚ। ਧੰਨ ਗੁਰੂ ਅਰਜਨ ਦੇਵ ਮਹਾਰਾਜ ਸਾਹਿਬ ਜੀ ਕਹਿੰਦੇ ਉਹ ਨਹੀਂ ਸੰਸਾਰ ਦੇ ਵਿੱਚ ਗਵਾਚ ਸਕਦਾ। ਅੰਤ ਕਾਲ ਪ੍ਰਭੂ ਭਏ ਸਹਾਈ, ਇਤ ਉਤ ਰਾਖਨ ਹਾਰੇ। ਅੰਤ ਕਾਲ ਵੀ ਉਹ ਜਿਹੜੇ ਸਮਰੱਥ ਵਾਹਿਗੁਰੂ ਪਰਮਾਤਮਾ ਸਾਡੇ ਸਤਿਗੁਰੂ ਉਹ ਸਹਾਈ ਹੋਏ। ਕਿਉਂਕਿ ਤਿੱਥੇ ਤੂੰ ਸਮਰੱਥ, ਜਿੱਥੇ ਕੋਈ ਨਾਹੀ ਉੱਥੇ ਤੇਰੀ ਰੱਖ। ਜਿੱਥੇ ਕਿਤੇ ਦੀ ਪਹੁੰਚ ਨਹੀਂ ਉੱਥੇ ਵੀ ਸਾਡੇ ਸਤਿਗੁਰੂ ਪਰਮੇਸ਼ਰ ਸਹਾਈ ਹੋਏ। ਇਤ ਲੋਕ ਦੇ ਵਿੱਚ ਤੇ ਉਤ ਪਰਲੋਕ ਦੇ ਵਿੱਚ ਰੱਖਣਹਾਰੇ ਬਣੇ। ਰੱਖੇ ਰੱਖਣਹਾਰ ਆਪ ਉਬਾਰਿਆਨ, ਗੁਰ ਕੀ ਪੈਰੀ ਪਾਏ ਕਾਜ ਸਵਾਰਿਆਨ। ਪ੍ਰਾਨ ਮੀਤ ਹੀਤ ਧਨ ਮੇਰਾ, ਨਾਨਕ ਸਦ ਬਲਹਾਰੇ। ਧੰਨ ਗੁਰੂ ਅਰਜਨ ਦੇਵ ਮਹਾਰਾਜ ਸਾਹਿਬ ਜੀ ਪਾਵਨ ਸ਼ਬਦ ਦੀ ਸੰਪੂਰਨਤਾ ਕਰਦੇ ਹੋਏ ਕਹਿੰਦੇ, ਗੁਰਸਿੱਖੋ ਉੱਤਮ ਵਕਤੇ ਦਾ ਇਹ ਨਿਯਮ ਹੈ ਕਿ ਉਹ ਉਪਦੇਸ਼ ਆਪਣੇ ਆਪ ਨੂੰ ਦਿੰਦਾ ਹੈ ਪਰ ਸਮਝਾਉਂਦਾ ਆਪਣੇ ਪਾਸ ਬੈਠਿਆਂ ਨੂੰ। ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਜੀ ਕਹਿੰਦੇ ਜਿਹੜਾ ਪਰਮੇਸ਼ਰ ਦਾ ਨਾਮ ਹੈ ਨਾ, ਉਹਨੂੰ ਅਸੀਂ ਆਪਣੇ ਪ੍ਰਾਣਾਂ ਦਾ ਮਿੱਤਰ ਬਣਾ ਲਿਆ। ਤੇ ਧਨ ਜਿਹੜਾ ਪਰਮੇਸ਼ਰ ਦਾ ਨਾਮ ਧਨ ਹੈ। ਹਿਤ ਜਿਵੇਂ ਹਿਤੂ ਹੁੰਦਾ ਹੈ ਉਹ ਸਾਡੀ ਰੱਖਿਆ ਕਰਦਾ ਹੈ, ਉਹੀ ਸਾਡਾ ਰਖਵਾਲਾ ਹੈ। ਤੇ ਧੰਨ ਗੁਰੂ ਅਰਜਨ ਦੇਵ ਮਹਾਰਾਜ ਸਾਹਿਬ ਜੀ ਕਹਿੰਦੇ ਐਸੇ ਪਰਮੇਸ਼ਰ ਜਿਹੜਾ ਸਾਡੇ ਪ੍ਰਾਣਾਂ ਦਾ ਆਸਰਾ ਹੈ, ਉਸ ਤੋਂ ਸਾਧ ਬਲਿਹਾਰੇ। ਸਦਾ ਚਿਤ ਵਾਸਤੇ ਅਸੀਂ ਬਲਿਹਾਰ ਜਾਂਦੇ ਹਾਂ, ਕੁਰਬਾਨ ਜਾਂਦੇ ਹਾਂ। ਐਸਾ ਜੋ ਪਰਮੇਸ਼ਰ ਦਾ ਨਾਮ ਹੈ, ਸਦਾ ਚਿਤ ਵਾਸਤੇ ਉਸ ਤੋਂ ਨਾਮ, ਉਸ ਪਰਮੇਸ਼ਰ ਦੇ ਨਾਮ ਤੋਂ ਕੁਰਬਾਨ ਜਾਂਦੇ ਆ। ਉਹਨਾਂ ਤੋਂ ਵੀ ਕੁਰਬਾਨ ਜਾਂਦੇ ਜਿਹੜੇ ਸਦਾ ਚਿਤ ਵਾਸਤੇ ਉਸ ਦਾ ਨਾਮ ਆਰਾਧ। ਇਹ ਮਹਾਰਾਜ ਨੇ ਬਖਸ਼ਿਸ਼ ਕੀਤੀ, ਰਹਿਮਤ ਕੀਤੀ। ਮਹੀਨੇ ਦੇ ਦੁਆਰਾ
ਔਰ ਲੜੀਵਾਰ ਸ਼ਬਦ ਦੇ ਦੁਆਰਾ ਮਹਾਰਾਜ ਜੀ ਨੇ ਉਪਦੇਸ਼ ਬਖਸ਼ਿਆ। ਸਤਿਗੁਰੂ ਕਿਰਪਾ ਕਰਨ, ਬਖਸ਼ਿਸ਼ ਕੀਤਾ ਹੋਇਆ ਉਪਦੇਸ਼ ਸਾਡੇ ਹਿਰਦਿਆਂ ਦੇ ਵਿੱਚ ਵਸੇ। ਗੁਰਮਤਿ ਮੁਤਾਬਕ ਜ਼ਿੰਦਗੀ ਜਿਉਣ ਦੀ ਜਾਚ ਆ ਜਾਵੇ। ਅੰਮ੍ਰਿਤ ਛਕੋ, ਗੁਰੂ ਵਾਲੇ ਬਣੋ, ਗੁਰਸਿੱਖੀ ਦੇ ਧਾਰਨੀ ਬਣੋ। ਸਤਿਗੁਰੂ ਜੀ ਦੇ ਦਰਸ਼ਨ ਪਰਸਨ ਕਰਨ ਆਏ ਆ, ਸਤਿਗੁਰੂ ਦੀਆਂ ਬਖਸ਼ਿਸ਼ਾਂ ਪ੍ਰਾਪਤ ਹੋਣਗੀਆਂ। ਕੋਟਾਨ ਕੋਟ ਸ਼ੁਕਰ ਧੰਨਵਾਦ ਸਤਿਗੁਰੂ ਗੁਰੂ ਗੋਬਿੰਦ ਸਿੰਘ ਸਾਹਿਬ ਜੀ, ਸਤਿਗੁਰੂ ਗੁਰੂ ਗ੍ਰੰਥ ਸਾਹਿਬ ਜੀ ਦਾ, ਜਿਨ੍ਹਾਂ ਨੇ ਆਪਣੇ ਚਰਨਾਂ ਦੇ ਵਿੱਚ ਬੈਠ ਕੇ ਗੁਰੂ ਕੀ ਪਵਿੱਤਰ ਬਾਣੀ ਦੀ ਵਿਚਾਰ ਆਪ ਸਿਰ ਤੇ ਮਿਹਰ ਭਰਿਆ ਹੱਥ ਰੱਖ ਕੇ ਕਰਵਾਈ ਹੈ। ਬੁਲਾਇਆ ਬੋਲੀ ਤੇਰਾ, ਤੂੰ ਸਾਹਿਬ ਗੁਰੂ ਗਹਿਰਾ। ਮਹਾਰਾਜ ਰਹਿਮਤ ਕਰਨ। ਕੋਟਾਨ ਕੋਟ ਧੰਨਵਾਦ ਸਮੂਹ ਸਿੰਘ ਸਾਹਿਬਾਨ, ਇੱਥੋਂ ਦੇ ਪ੍ਰਬੰਧਕ ਸੱਜਣਾ ਦਾ, ਜਿਨ੍ਹਾਂ ਨੇ ਪ੍ਰੇਮ ਸਤਿਕਾਰ ਦੇ ਨਾਲ ਗੁਰੂ ਕੇ ਚਰਨਾਂ ਦੇ ਵਿੱਚ ਬੈਠ ਕੇ ਹਾਜ਼ਰੀ ਭਰਨ ਦਾ ਸੁਭਾਗ ਬਖਸ਼ਿਆ। 2 ਪੰਕਤੀਆਂ ਪੜ੍ਹ ਕੇ ਸਮਾਪਤੀ ਹੈ। ਅੰਤ ਕਾਲ ਪ੍ਰਭ ਭਏ ਸਹਾਈ, ਇਤ ਉਤ ਰਾਖਨ ਹਾਰੇ। ਪ੍ਰਾਨ ਮੀਤ ਹਿਤ ਧਨ ਮੇਰਾ, ਨਾਨਕ ਸਦ ਬਲ ਹਾਰੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਹੇ ਗੋਬਿੰਦ, ਹੇ ਪਰਬ੍ਰਹਮ ਅਬਿਨਾਸੀ ਅਗਨਾਸ, ਹੇ ਪੂਰਨ, ਹੇ ਸਰਬ ਮੈਂ ਦੁਖ ਭੰਜਨ, ਹੇ ਸੰਗੀ, ਹੇ ਨਿਰੰਕਾਰ, ਹੇ ਨਿਰਗੁਣ। ਹੇ ਗੋਬਿੰਦ, ਹੇ ਗੁਣ ਨਿਧਾਨ ਜਾ ਕੇ ਸਦਾ, ਹੇ ਅਪਰੰਪਰ ਹਰ ਹਰੇ ਹੈ ਪੀ ਹੋਵਨ। ਹੇ ਸੰਤਹਿ ਕੈ ਸਦਾ ਸੰਗ ਨਿਧਾਰਾ ਆ, ਹੇ ਠਾਕੁਰ ਹਉ ਦਾਸ ਰੋ ਮੈਂ ਨਿਰਗੁਣ ਗੁਣ ਨਹੀਂ। ਨਾਨਕ ਦੀਜੈ ਨਾਮ ਦਾਨ ਰਾਖੋ ਹੀਏ,